पूरा पाया। पूरे के गुण गाओ, दीन दर्द दुख भंजना। घट घट नाथ अनाथ, शरण तुम्हारी आयो। नानक के प्रभ साथ, फिरत फिरत प्रभ आया। परया तो सरनाए, नानक की प्रभ बेनती। अपनी भगति लाए, ज्ञान ध्यान किछ कर्म न जाना। सार न जाना तेरी, सब ते वड्डा सतगुर नानक। जिन कल राखी मेरी, सुकाओ टल गुर सेविय। अहनिस सहज सुभाए, दर्शन परसिया गुरु कै। जन्म मरण दुख जाए, होवै सिफत कसमदी। नूर अरसों कुरसों चटिया। तुद डिठे सच्चे पातशाह, मर जन्म जन्म दी कटिया। तुद डिठे सच्चे पातशाह, मर जन्म जन्म दी कटिया। सतनाम श्री वाहिगुरु साहिब जीओ। गुजरी महला पंजवा। मता कर पश्चिम के ताई, पूर्व ही लै जात। खिन में थाप उथापन हारा, आपन हाथ मतात। सियानप काहू कामना आत। जो अनुरूप्यो ठाकुर मेरा, होए रही ओह बात। मता कर पश्चिम के ताई, पूरब ही लै जात। वाहिगुरु जी का खालसा, वाहिगुरु जी की फतेह। दीन दयाल सतगुरु भगत वत्सल कृपा निधान। धन गुरु ग्रंथ साहिब पातशाह जियां दी पवित्र पावन हजूरी अंदर बैठ रही गुरु की संगत आप संगत ने अमृत वेले तो सतगुरां दे दरबार अंदर बैठ के गुरबाणी दे कीर्तन ते नाल नाल नितनेम सरवण कीते। मिलिया होया समा सवास सफले बनाए। सतगुरु जी दियां रहमतां प्राप्त कीतियां ने। इस वेले गुरबाणी दी लड़ीवार कथा जो अमृत वेले आपां सरवण करदे आं, आओ कुछ समय लई अपने मन नूं टकाईए गुरु चरणां दे विच। सतगुरु की उपदेश करदे ने सानू इस मनुखा जन्म नूं बतीत करन बारे, जीवन बारे आपां सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। गुजरी महला पंजवा। गुजरी राग दे अंदर पंचम पातशाह साहिब गुरु अर्जन देव महाराज जियां दा ये शब्द आपां सरवण कर रहे हाँ।
ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੂੰ ਕਿਸੇ ਨੇ ਪੁੱਛਿਆ, ਸਿੱਖ ਨੇ ਆ ਕੇ ਕਹਿਣ ਲੱਗਾ, ਮਹਾਰਾਜ ਜੀ ਇਹ ਜਿਹੜਾ ਜੀਵ ਹੈ, ਜਿੰਨੇ ਆਪਾਂ ਜੀਵ ਆਏ ਹਾਂ ਦੁਨੀਆ ਤੇ, ਕੀ ਇਹ ਸਾਰੇ ਜੀਵ ਸੁਤੰਤਰ ਨੇ ਜਾਂ ਪਤੰਤਰ ਨੇ? ਸੁਤੰਤਰ ਤੋਂ ਭਾਵ ਹੁੰਦਾ ਹੈ ਕਿ ਸਾਰੇ ਜੀਵ ਆਜ਼ਾਦ ਨੇ, ਆਪਣੀ ਮਨਮਰਜ਼ੀ ਕਰ ਸਕਦੇ। ਪਤੰਤਰ ਤੋਂ ਭਾਵ ਹੁੰਦਾ ਹੈ ਕਿ ਕਿਸੇ ਪਰਾਏ ਦੇ ਅਧੀਨ ਨੇ ਜਾਂ ਕਿਸੇ ਨੇ ਇਹਨਾਂ ਨੂੰ ਵਸ ਕਰ ਰੱਖਿਆ ਹੈ। ਇਹ ਸਵਾਲ ਹੈ ਸਿੱਖ ਦੇ ਮਨ ਦਾ ਵੀ ਇਹ ਜੀਵ ਜਿੰਨੇ ਆਪਾਂ ਬੈਠੇ ਹਾਂ ਦੁਨੀਆ ਤੇ ਆਏ ਹਾਂ, ਸਾਰੇ ਦੇ ਸਾਰੇ ਆਜ਼ਾਦ ਹਾਂ, ਆਪਣੀ ਮਨਮਰਜ਼ੀ ਮੁਤਾਬਕ ਜੋ ਮਰਜ਼ੀ ਤੇ ਜਿੱਥੇ ਮਰਜ਼ੀ ਆ ਜਾ ਸਕਦੇ ਹਾਂ, ਕਿ ਜਾਂ ਅਸੀਂ ਸਾਰੇ ਕਿਸੇ ਨਾ ਕਿਸੇ ਦੇ ਅਧੀਨ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੁਣ ਕੇ ਬਚਨ ਆਖਿਆ, ਕਹਿਣ ਲੱਗੇ, ਨਹੀਂ ਇਹ ਜੀਵ ਪਤੰਤਰ ਹੈ, ਭਾਵ ਕਿਸੇ ਦੂਜੇ ਦੇ ਅਧੀਨ ਹੈ। ਕਿਹਦੇ ਅਧੀਨ ਹੈ? ਪਰਮਾਤਮਾ ਦੇ ਅਧੀਨ, ਉਹਦੇ ਹੁਕਮ ਦੇ ਵਿੱਚ ਹੈ। ਰਹਾਉ ਦੀ ਪੰਕਤੀ ਹੈ, ਸਿਆਣਪ ਕਾਹੂ ਕਾਮ ਨਾ ਆਤ। ਬੰਦਾ ਜਿੰਨਾ ਮਰਜ਼ੀ ਸਿਆਣਾ ਹੋਵੇ, ਜਦੋਂ ਮੁਸੀਬਤ ਪੈਣੀ ਹੈ, ਬਿਪਤਾ ਪੈਣੀ ਹੈ, ਦੁੱਖ ਪੈਣਾ, ਉਦੋਂ ਪੈ ਕੇ ਹੀ ਰਹਿਣਾ ਹੈ। ਵੱਡੇ ਤੋਂ ਵੱਡਾ ਸਿਆਣਾ ਆਪਣੇ ਆਪ ਨੂੰ ਕਹਿਣ ਵਾਲਾ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਭਾਵੇਂ ਸਿਆਣਪਾਂ ਤੇਰੇ ਕੋਲ ਇੱਕ ਨਹੀਂ, ਲੱਖਾਂ ਕਿਉਂ ਨਾ ਹੋਣ, ਲੱਖਾਂ ਨੂੰ ਸਲਾਹ ਦੇਣ ਵਾਲਾ ਹੋਵੇ, ਮਸ਼ਵਰਾ ਦੇਣ ਵਾਲਾ ਹੋਵੇ, ਲੱਖਾਂ ਨੂੰ ਸਿਆਣਪਾਂ ਵੰਡਦਾ ਹੋਵੇ, ਲੋਕ ਇਹਦੀਆਂ ਸਲਾਹਾਂ ਲੈ ਲੈ ਕੇ ਜਾਂਦੇ ਹੋਣ, ਪਰ ਜਿੱਥੇ ਪਰਮੇਸ਼ਰ ਦੀ ਗੱਲ ਆ ਜਾਂਦੀ ਹੈ ਉੱਥੇ ਇੱਕ ਵੀ ਸਿਆਣਪ ਜਿਹੜੀ ਹੈ ਇਹਦੇ ਕੰਮ ਨਹੀਂ ਆਉਂਦੀ ਹੈ। ਪਾਤਸ਼ਾਹ ਕਹਿਣ ਲੱਗੇ, ਸਿਆਣਪ ਕਾਹੂ ਕਾਮ ਨਾ ਆਤ। ਬੰਦੇ ਦੀ ਸਿਆਣਪ ਕੰਮ ਨਹੀਂ ਆਉਂਦੀ ਹੈ। ਮਹਾਰਾਜ ਫਰਮਾਉਂਦੇ ਨੇ, ਆਓ ਸਰਵਣ ਕਰੀਏ। ਮਤਾ ਕਰੈ ਪਛਮ ਕੈ ਤਾਈ, ਪੂਰਬ ਹੀ ਲੈ ਜਾਤ। ਮਤਾ ਨਾਮ ਗੁਰਮੁਖੋ ਸਲਾਹ ਦਾ। ਕਈ ਵਾਰ ਕਹਿਣ ਲੱਗੇ ਬੰਦਾ ਆਪਣੇ ਨਾਲ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸਲਾਹ ਕਰਦਾ ਹੈ ਕਿ ਮੈਂ ਕੱਲ੍ਹ ਨੂੰ ਦਿਨੇ ਉੱਠ ਕੇ ਪੱਛਮ ਦੇ ਵੱਲ ਜਾਣਾ ਹੈ, ਜਿਸ ਪਾਸੇ ਸੂਰਜ ਛੁਪਦਾ ਹੈ। ਸ਼ਾਮਾਂ ਪੈਂਦੀਆਂ ਨੇ, ਤਰਕਾਲਾਂ ਪੈਂਦੀਆਂ ਨੇ, ਜਦੋਂ ਸੂਰਜ ਛੁਪ ਜਾਂਦਾ ਹੈ ਉਸ ਨੂੰ ਪੱਛਮ ਦੀ ਦਿਸ਼ਾ ਕਿਹਾ ਜਾਂਦਾ ਹੈ। ਕਹਿਣ ਲੱਗੇ ਬੰਦੇ ਨੇ ਆਖਿਆ ਵੀ ਮੈਂ ਲਹਿੰਦੇ ਨੂੰ ਜਾਣਾ ਹੈ, ਪੱਛਮ ਨੂੰ ਜਾਣਾ ਹੈ, ਪਰ ਜਦੋਂ ਚੜ੍ਹਿਆ ਨਾ ਦਿਨ, ਤਿਆਰ ਤੇ ਹੋ ਗਿਆ, ਸਾਜੋ ਸਮਾਨ ਤੇ ਬੰਨ੍ਹ ਲਿਆ, ਪਰ ਪ੍ਰਮਾਤਮਾ ਨੇ ਇਹੋ ਜਿਹੀ ਵਿਧੀ ਬਣਾ ਦਿੱਤੀ ਵੀ ਪੂਰਬ ਨੂੰ ਜਾਣਾ ਪੈ ਗਿਆ। ਜਿੱਧਰੋਂ ਸੂਰਜ ਚੜ੍ਹਦਾ ਉਧਰ ਨੂੰ ਤੁਰਿਆ। ਕਹਿਣ ਤੋਂ ਭਾਵ ਵੀ ਜਾਣਾ ਸੱਜੇ ਨੂੰ ਸੀ, ਹੋ ਤੁਰਿਆ ਖੱਬੇ ਨੂੰ, ਜਾਣਾ ਸੀ ਅੱਗੇ ਨੂੰ, ਹੋ ਤੁਰਿਆ ਪਿੱਛੇ ਨੂੰ। ਸੋਚਿਆ ਕਿਸੇ ਹੋਰ ਪਾਸੇ ਜਾਣ ਵਾਸਤੇ ਸੀ, ਪਰ ਪ੍ਰਮਾਤਮਾ ਕਿਸੇ ਹੋਰ ਪਾਸੇ ਲੈ ਗਿਆ। ਬੰਦਿਆ ਤੂੰ ਆਜ਼ਾਦ ਨਹੀਂ ਹੈ, ਉਹਦੇ ਹੁਕਮ ਦੇ ਵਿੱਚ ਹੈ। ਜਿੱਥੇ ਤੈਨੂੰ ਲੈ ਕੇ ਜਾਣਾ ਚਾਹੇਗਾ ਲੈ ਕੇ ਜਾਏਗਾ, ਉੱਥੇ ਹੀ ਜਾਣਾ ਪਵੇਗਾ। ਪਾਤਸ਼ਾਹ ਜੀਆਂ ਦਾ ਬਚਨ, ਮਤਾ ਕਰੈ ਸਲਾਹ ਕਰਦਾ ਹੈ, ਪੱਛਮ ਕਹਿ ਤਾਈ, ਕਿ ਮੈਂ ਲਹਿੰਦੇ ਨੂੰ ਜਾਣਾ ਹੈ, ਪੂਰਬ ਹੀ ਲੈ ਜਾਤ। ਉਹ ਪ੍ਰਮਾਤਮਾ ਦੀ ਮਰਜ਼ੀ ਹੈ। ਕੀ ਪਤਾ ਉਹਨੇ ਤੇਰੀ ਸਲਾਹ ਨੂੰ ਪੂਰਿਆ ਹੋਣ ਦੇਣਾ ਹੈ ਕਿ ਨਹੀਂ ਹੋਣ ਦੇਣਾ, ਕੀ ਪਤਾ ਉਹਨੇ ਤੈਨੂੰ ਚੜ੍ਹਦੇ ਨੂੰ ਨਹੀਂ ਲੈ ਜਾਣਾ। ਇਹ ਤੇ ਕੇਵਲ ਜਾਣ ਦੀ ਗੱਲ ਕੀਤੀ ਹੈ। ਭਾਵ ਇਹਦਾ ਇਹ ਹੈ ਵੀ ਬੰਦਾ ਸਲਾਹਾਂ ਕਈ ਤਰ੍ਹਾਂ ਦੀਆਂ ਕਰਦਾ, ਮੈਂ ਕੱਲ੍ਹ ਨੂੰ ਇਹ ਕਰਾਂਗਾ, ਮੈਂ ਪਰਸੋਂ ਇਹ ਕਰਾਂਗਾ, ਮੈਂ ਇਸ ਤਰ੍ਹਾਂ ਦੇ ਕਾਰੋਬਾਰ ਬਣਾਵਾਂਗਾ, ਪਰ ਬਣਦੇ ਕੋਈ ਨਹੀਂ, ਵਿੱਚੇ ਰਹਿ ਜਾਂਦੇ, ਜਾਂ ਪਹਿਲੇ ਬਣੇ ਹੋਏ ਵੀ ਢਹਿ ਜਾਂਦੇ, ਮੁੱਕ ਜਾਂਦੇ। ਪਾਤਸ਼ਾਹ ਕਹਿਣ ਲੱਗੇ ਰੱਬ ਦੇ ਹੱਥ ਵਿੱਚ ਹੈ, ਤੂੰ ਸੁਤੰਤਰ ਨਹੀਂ, ਜਿਵੇਂ ਚਾਹੁੰਦਾ ਉਹ ਤੈਨੂੰ ਚਲਾਉਂਦਾ ਹੈ। ਖਿਨ ਮੈਂ ਥਾਪ ਥਾਪਨ ਹਾਰਾ, ਆਪਨ ਹਾਥ ਮਤਾਤ। ਪਾਤਸ਼ਾਹ ਕਹਿਣ ਲੱਗੇ ਉਹ ਪ੍ਰਮਾਤਮਾ ਇੱਕ ਖਿਣ ਦੇ ਵਿੱਚ ਸ੍ਰਿਸ਼ਟੀ ਸਾਜ ਦਿੰਦਾ ਹੈ। ਹਰਨ ਭਰਨ ਜਾਕਾ ਨੇਤਰ ਫੋਰ। ਉਹਦੇ ਵਿੱਚ ਇੰਨੀ ਸਮਰੱਥਾ ਹੈ, ਜਿੰਨੇ ਚਿਰ ਦੇ ਵਿੱਚ ਤੂੰ ਅੱਖ ਨੂੰ ਖੋਲ੍ਹਣਾ ਤੇ ਮੀਟਣਾ ਹੈ ਨਾ, ਇੰਨੇ ਸਮੇਂ ਦੇ ਵਿੱਚ ਪਰਮਾਤਮਾ ਸ੍ਰਿਸ਼ਟੀ ਸਾਜ ਸਕਦਾ, ਬਣਾ ਸਕਦਾ ਇੱਕ ਹੋਰ ਦੁਨੀਆ। ਤੇ ਜੇ ਚਾਹੇ ਤੇ ਇੰਨੇ ਸਮੇਂ ਦੇ ਵਿੱਚ ਸ੍ਰਿਸ਼ਟੀ ਨੂੰ ਨਾਸ ਵੀ ਕਰ ਸਕਦਾ, ਬਿਲਕੁਲ ਖਤਮ ਵੀ ਕਰ ਸਕਦਾ ਹੈ। ਖਿਨ ਮੈਂ ਥਾਪ, ਇੱਕ ਖਿਣ ਦੇ ਵਿੱਚ ਥਾਪਣ ਵਾਲਾ, ਉਹ ਥਾਪਣ ਹਾਰਾ, ਫਿਰ ਇੱਕ ਖਿਣ ਦੇ ਵਿੱਚ ਨਾਸ ਵੀ ਕਰਨ ਵਾਲਾ, ਮੁਕਾ ਵੀ ਦੇਣ ਵਾਲਾ ਹੈ। ਆਪਨ ਹਾਥ ਮਤਾਤ, ਇਹ ਸਲਾਹ ਉਹਦੇ ਹੱਥ ਵਿੱਚ ਹੈ। ਪੁੱਛ ਲਿਆ ਸਿੱਖ ਨੇ, ਮਹਾਰਾਜ
ਫਿਰ ਕਿਰਪਾ ਕਰਕੇ ਇਹ ਦੱਸੋ ਵੀ ਬੰਦਾ ਚੱਲਦਾ ਕਿਹਦੀ ਸਲਾਹ ਦੇ ਨਾਲ ਹੈ। ਮਹਾਰਾਜ ਕਹਿਣ ਲੱਗੇ ਇੱਥੇ ਸਲਾਹ ਕਿਸੇ ਬੰਦੇ ਦੀ ਨਹੀਂ, ਕਿਸੇ ਜਾਦੂਗਰ ਦੀ ਨਹੀਂ, ਕਿਸੇ ਫਰਿਸ਼ਤੇ ਦੀ ਨਹੀਂ, ਇੱਥੇ ਸਲਾਹ ਉਹਦੀ ਚੱਲਦੀ ਹੈ, ਹੁਕਮ ਉਹਦਾ ਚੱਲਦਾ ਜਿਹੜਾ ਇੱਕ ਖਿਣ ਵਿੱਚ ਸ੍ਰਿਸ਼ਟੀ ਨੂੰ ਸਾਜ ਵੀ ਸਕਦਾ ਹੈ, ਇੱਕ ਖਿਣ ਵਿੱਚ ਸ੍ਰਿਸ਼ਟੀ ਨੂੰ ਨਾਸ ਵੀ ਕਰ ਸਕਦਾ ਹੈ, ਜਿਹੜਾ ਇੰਨੀ ਸਮਰੱਥਾ ਰੱਖਦਾ ਹੈ। ਉਹਦੇ ਹੁਕਮ ਦੇ ਵਿੱਚ ਇਹ ਜੀਵ ਹੈ, ਕਿਉਂਕਿ ਸਾਰੀਆਂ ਸਲਾਹਾਂ ਉਹਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ। ਆਪਣਾ ਹਾਥ ਮਤਾਤ, ਮਤਾਤ ਨਾਮ ਸਲਾਹ। ਸਾਰੀ ਸਲਾਹ ਕੀ ਕਰਨਾ, ਕੱਲ ਨੂੰ ਕੀ ਹੋਵੇਗਾ, ਸਾਰੀ ਦੁਨੀਆ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਇਹ ਕੇਵਲ ਪਰਮਾਤਮਾ ਦੇ ਆਪਣੇ ਕੋਲ ਹੀ ਸਲਾਹ ਹੈ। ਉਹਦੀ ਸਲਾਹ ਨੂੰ ਜਾਣਦਾ ਕੋਈ ਨਹੀਂ ਹੈ ਵੀ ਉਹਨੇ ਕੀ ਕਰ ਦੇਣਾ ਹੈ। ਐਸਾ ਉਹ ਵੱਡਾ ਸਮਰੱਥ ਹੈ। ਰਹਾਉ ਦੇਸ਼ ਸਿਆਣਪ ਕਾਹੂ ਨਾ ਆਤ ਕਾਮ ਆਤ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੰਦਿਆ ਤੇਰੇ ਕੋਲ ਸਿਆਣਪਾਂ ਬਣੀਆਂ ਨੇ, ਸਿਆਣਪ ਕਾਹੂ ਨਾ, ਕੋਈ ਵੀ ਸਿਆਣਪ ਤੇਰੇ ਕੰਮ ਨਹੀਂ ਆਵੇਗੀ। ਜੇ ਤੂੰ ਆਖੇਂਗਾ ਨਾ ਮੈਂ ਸਿਆਣਪ ਮੈਨੂੰ ਬਚਾ ਲਵੇ, ਬਚਾਏਗੀ ਨਹੀਂ। ਦੁਨੀਆ ਦੇ ਵਿੱਚ ਅਫਲਾਤੂ ਨਾਮ ਦਾ ਇੱਕ ਬੜਾ ਵੱਡਾ ਕਾਰੀਗਰ ਹੋਇਆ, ਕਹਿਣ ਲੱਗੇ ਵੀ ਉਹਦੇ ਵਰਗਾ ਕਾਰੀਗਰ ਦੁਨੀਆ ਤੇ ਦੂਜਾ ਪੈਦਾ ਨਹੀਂ ਹੋਣਾ। ਇਹਦੇ ਹੱਥਾਂ ਦੇ ਵਿੱਚ ਰੱਬ ਨੇ ਇਹੋ ਜੀ ਕਰਾਮਾਤ ਬਖਸ਼ਿਸ਼ ਕੀਤੀ ਹੈ, ਇਹੋ ਜੀ ਸਿਆਣਪ ਬਖਸ਼ਿਸ਼ ਕੀਤੀ ਹੈ, ਬੰਦੇ ਨੂੰ ਸਾਹਮਣੇ ਖੜਾ ਕਰਕੇ ਉਸ ਬੰਦੇ ਵਰਗਾ ਇੱਕ ਪੁਤਲਾ ਬਣਾ ਦਿੰਦਾ ਹੈ। ਵੇਖਣ ਵਾਲਾ ਇਹ ਨਹੀਂ ਕਹਿ ਸਕੇਗਾ ਵੀ ਇਹਦੇ ਵਿੱਚੋਂ ਅਸਲੀ ਕੌਣ ਹੈ ਤੇ ਪੁਤਲਾ ਕੌਣ ਹੈ। ਇੰਨੀ ਸਿਆਣਪ ਹੈ ਉਹਦੇ ਕੋਲ, ਇੰਨੀ ਮੁਹਾਰਤ ਹੈ, ਇੰਨੀ ਵਿਦਿਆ ਹੈ, ਬੰਦੇ ਵਰਗਾ ਵੇਖ ਕੇ ਪੁਤਲਾ ਬਣਾ ਦਿੰਦਾ। ਤੇ ਕਹਿਣ ਲੱਗੇ ਜਦੋਂ ਇਹਦਾ ਅੰਤ ਸਮਾਂ ਆਇਆ, ਨੇੜੇ ਸਮਾਂ ਆਇਆ ਮੌਤ ਦਾ, ਜਾਣ ਕੇ ਇਹਨੇ ਆਪਣੇ ਵਰਗੇ, ਆਪਦੇ ਵਰਗੇ ਪਤਾ ਨਹੀਂ ਕਿੰਨੇ ਕੁ ਬੁੱਤ ਬਣਾ ਲਏ। ਇੱਕ ਬੁੱਤ ਵਿੱਚ ਵੜ ਕੇ ਬੈਠ ਗਿਆ, ਆਪਣੀ ਸਿਆਣਪ ਤੋਂ ਕੰਮ ਲਿਆ। ਜੇ ਮੈਨੂੰ ਪਛਾਣਨਗੇ ਨਹੀਂ ਜੰਮ ਤੇ ਕਿਵੇਂ ਲੈ ਕੇ ਜਾਣਗੇ। ਤੇ ਜਦੋਂ ਮੌਤ ਦਾ ਸਮਾਂ ਆਇਆ ਨਾ ਤੇ ਸਿਆਣਪ ਉਸ ਵੇਲੇ ਇਹੋ ਜਿਹੀ ਇਹਦੀ ਧਰੀ ਧਰਾਈ ਰਹਿ ਗਈ। ਜਮਾਂ ਨੇ ਉਹਨਾਂ ਪੁਤਲਿਆਂ ਦੇ ਕੋਲ ਆ ਕੇ ਆਖਿਆ, ਕਹਿਣ ਲੱਗੇ ਪੁਤਲੇ ਤੇ ਬੜੇ ਸੋਹਣੇ ਨੇ, ਪਰ ਆਹ ਜਿਹੜਾ ਪੁਤਲਾ ਹੈ ਨਾ ਇਹਦਾ ਸਿਰ ਠੀਕ ਨਹੀਂ ਬਣਿਆ, ਇਹਦਾ ਮੂੰਹ ਠੀਕ ਨਹੀਂ ਬਣਿਆ, ਇਹਦੇ ਪੈਰ ਠੀਕ ਨਹੀਂ ਬਣੇ। ਇੰਨੀ ਗੱਲ ਕਹਿਣ ਦੀ ਲੋੜ ਸੀ। ਉਸੇ ਵੇਲੇ ਭੱਜ ਕੇ ਛਾਲ ਮਾਰ ਕੇ ਵਿੱਚੋਂ ਬਾਹਰ ਨਿਕਲਿਆ, ਕਹਿਣ ਲੱਗਾ ਤੁਸੀਂ ਕੌਣ ਹੁੰਦੇ ਹੋ ਮੇਰੇ ਪੁਤਲਿਆਂ ਵਿੱਚ ਨੁਕਸ ਕੱਢਣ ਵਾਲੇ। ਤੇ ਜਮਾਂ ਨੇ ਉਸੇ ਵੇਲੇ ਫੜਿਆ ਤੇ ਲੈ ਗਿਆ। ਮਹਾਰਾਜ ਕਹਿੰਦੇ ਸਿਆਣਪ ਤੇ ਅਫਲਾਤੂ ਵਿੱਚ ਵੀ ਬੜੀ ਹੈ, ਬੜਾ ਵੱਡਾ ਕਾਰੀਗਰ ਹੈ, ਪਰ ਕਾਹੂ ਕਾਮਨਾ ਆਤ, ਉਹਦੇ ਕੰਮ ਨਹੀਂ ਆਈ। ਜਦੋਂ ਮੌਤ ਆਈ ਨਾ ਸਿਆਣਪ ਸਗੋਂ ਵਿੱਚੇ ਹੀ ਰਹਿ ਗਈ, ਬਲਕਿ ਉਹਦੀ ਸਿਆਣਪ ਨਹੀਂ ਸਗੋਂ ਉਹਨੂੰ ਮਾਰਿਆ, ਆਪਣੀ ਸਿਆਣਪ ਕਰਕੇ ਹੀ ਮਰ ਗਿਆ। ਬੰਦਿਆ ਸਿਆਣਪਾਂ ਤੇ ਬੜੀਆਂ ਤੇਰੇ ਕੋਲ, ਸਲਾਹਾਂ ਤੇ ਬੜੀਆਂ ਨੇ ਤੇਰੇ ਕੋਲ, ਚਤਰਾਈਆਂ ਤੇ ਬੜੀਆਂ, ਪਰ ਇਹ ਕਿਸੇ ਕੰਮ ਨਹੀਂ ਆਉਂਦੀਆਂ ਹਨ। ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਜਿਹੜੀ ਗੱਲ ਪ੍ਰਮਾਤਮਾ ਨੇ ਅਨਰੂਪਿਓ ਕਹੀਏ ਠਟੀ ਹੈ, ਭਾਵ ਕੇ ਕਹੀ ਹੈ ਜਾਂ ਉਹਨੇ ਕਰਨੀ ਹੈ। ਰੱਬ ਨੇ ਕਿਹਾ ਵੀ ਇਹ ਨਹੀਂ ਤੇ ਇਹ ਹੋਵੇਗਾ, ਤੇ ਹੋਏ ਰਹੀ ਉਹ ਬਾਤ, ਹੋ ਕੇ ਉਹੀ ਰਹਿਣੀ ਹੈ। ਬੰਦੇ ਨੇ ਸੋਚਿਆ ਵੀ ਇਹ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ, ਰੱਬ ਨੇ ਆਖਿਆ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਵੇਗਾ। ਤੇ ਪਾਤਸ਼ਾਹ ਕਹਿਣ ਲੱਗੇ ਜੋ ਰੱਬ ਨੇ ਕਿਹਾ ਨਾ, ਕਾਲ ਪੁਰਖ ਨੇ ਕਿਹਾ ਹੋਣਾ ਉਹ ਹੈ, ਬੰਦੇ ਦੇ ਕਹਿਣ ਕਰਕੇ ਕੁਝ ਨਹੀਂ ਹੁੰਦਾ। ਇੰਨਾ ਉਹ ਸਮਰੱਥ ਹੈ ਜੋ ਅਨਰੂਪਿਓ ਠਾਕੁਰ ਮੇਰਾ। ਠਾਕੁਰ ਨਾਮ ਮਾਲਕ ਦਾ, ਪਰਮੇਸ਼ਰ ਦਾ, ਅਕਾਲ ਪੁਰਖ ਦਾ। ਕਹਿਣ ਲੱਗੇ ਜਿਹੜੀ ਗੱਲ ਅਕਾਲ ਪੁਰਖ ਨੇ ਠਟੀ ਹੈ, ਸੋਚੀ ਹੈ ਵੀ ਮੈਂ ਆਹ ਕੰਮ ਕਰਨਾ ਹੈ, ਹੋਏ ਰਹੀ ਉਹ ਬਾਤ, ਉਹੀ ਗੱਲ ਹੋ ਕੇ ਰਹਿਣੀ ਹੈ, ਉਹਦੇ ਤੋਂ ਬਿਨਾਂ ਦੂਜੀ ਹੋ ਹੀ ਕੋਈ ਨਹੀਂ ਸਕਦੀ, ਕੋਈ ਕਰ ਨਹੀਂ ਸਕਦਾ ਹੈ। ਐਸੀ ਸਮਰੱਥਾ ਉਸ ਪਰਮੇਸ਼ਰ ਵਿੱਚ ਹੈ। ਰਹਾਉ ਦੇਸ਼ ਕਮਾਵਨ ਧਨ ਜੋਰਨ ਕੀ ਮਨਸਾ, ਬੀਚੇ ਨਿਕਸੈ ਸਾਸ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬੰਦਾ ਸਾਰੀ ਉਮਰ ਕੀ ਕਰਦਾ ਹੈ? ਸਾਰੀ ਉਮਰ ਇਹ ਕਰਦਾ ਹੈ ਦੇਸ਼ ਕਮਾਵਨ ਧਨ, ਧਨ ਨੂੰ ਕਮਾਉਣ ਵਾਸਤੇ ਇੱਕ ਦੇਸ਼ ਵਿੱਚ ਗਿਆ, ਵੇਖਿਆ ਇੱਥੇ ਕੰਮ ਬਹੁਤਾ ਨਹੀਂ ਹੈ, ਦੂਜੇ ਦੇਸ਼ ਵਿੱਚ ਚਲਾ ਗਿਆ। ਉੱਥੇ ਜਾ ਕੇ ਵੇਖਿਆ ਇੱਥੇ ਮਾਇਆ ਤੇ ਹੈ ਪਰ ਇਹਨਾਂ ਦੀ ਕਰੰਸੀ ਬਹੁਤੀ ਨਹੀਂ ਹੈ, ਮੈਂ ਜੇ ਕਮਾਵਾਂਗਾ ਤੇ ਮੇਰੇ ਦੇਸ਼ ਵਿੱਚ ਇੰਨੀ ਕੁ ਬਣੇਗੀ, ਮੇਰੀ ਗੱਲ ਨਹੀਂ ਬਣੇਗੀ। ਉਸ ਨੂੰ ਛੱਡਿਆ ਤੀਜੇ ਦੇਸ਼ ਵਿੱਚ ਚਲਾ ਗਿਆ।
ਪਾਤਸ਼ਾਹ ਕਹਿਣ ਲੱਗੇ ਪਤਾ ਨਹੀਂ ਕਿੰਨੇ ਕੁ ਦੇਸਾਂ ਵਿੱਚ ਚੱਕਰ ਲਾਇਆ ਵੀ ਧਨ ਨੂੰ ਮੈਂ ਕਮਾਉਣਾ ਹੈ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਬਿਜ਼ਨਸ ਇੰਨੇ ਖੜੇ ਕਰ ਲੈ, ਵਪਾਰ ਇੰਨੇ ਖੜੇ ਕਰ ਲੈ, ਇਸ ਦੇਸ਼ ਵਿੱਚ ਮੇਰਾ ਇਹ ਵਪਾਰ ਹੋਵੇਗਾ, ਇਸ ਦੇਸ਼ ਵਿੱਚ ਮੇਰਾ ਇਹ ਕਾਰੋਬਾਰ ਹੋਵੇਗਾ। ਪਤਾ ਨਹੀਂ ਕਿੰਨੇ ਕੁ ਦੇਸ਼ਾਂ ਦੇ ਵਿੱਚ ਕਿੰਨੇ ਕੁ ਕਾਰੋਬਾਰ ਖੜੇ ਕਰ ਦਿੱਤੇ। ਕੀਤੇ ਕਾਹਦੇ ਵਾਸਤੇ? ਦੇਸ਼ ਕਮਾਵਣ ਧਨ, ਕਿ ਮੈਂ ਬਹੁਤਾ ਧਨ ਕਮਾਉਣਾ ਹੈ। ਕੱਲਾ ਕਮਾਉਣਾ ਨਹੀਂ, ਪਾਤਸ਼ਾਹ ਕਹਿਣ ਲੱਗੇ ਕਿ ਉਸ ਵੇਲੇ ਜੋਰਨ ਕੀ ਮਨਸ਼ਾ, ਫਿਰ ਧਨ ਨੂੰ ਕਮਾ ਕੇ ਜੋੜ ਕੇ ਵੀ ਰੱਖਣਾ ਹੈ, ਇਕੱਠਾ ਕਰਕੇ ਵੀ ਰੱਖਣਾ। ਇਹ ਨਹੀਂ ਵੀ ਇੱਕ ਪਾਸਿਓਂ ਕਮਾਇਆ ਤੇ ਦੂਜੇ ਪਾਸੇ ਆਖਿਆ ਵੀ ਕੋਈ ਲੁੱਟ ਕੇ ਲੈ ਜਾਵੇ, ਨਹੀਂ। ਪਹਿਲਾਂ ਤੇ ਧਨ ਕਮਾਉਣ ਵਾਸਤੇ ਕਈ ਦੇਸ਼ਾਂ ਵਿੱਚ ਚਲਾ ਗਿਆ, ਫਿਰ ਉਸ ਕਮਾਏ ਹੋਏ ਧਨ ਨੂੰ ਜੋੜਨ ਦੀ ਮਨਸ਼ਾ ਰੱਖ ਲਈ ਵੀ ਮੈਂ ਇਹਨੂੰ ਜੋੜਨਾ ਹੈ। ਹੁਣ ਕਾਰੂ ਬਾਦਸ਼ਾਹ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਨਾ, ਵੀ ਧਨ ਨੂੰ ਜੋੜਨਾ ਹੈ। 40 ਗੱਜ ਇਕੱਠੇ ਕਰਕੇ ਬੈਠਾ। ਤੇ ਕਾਰੂ ਦਾ ਤੇ ਆਪਾਂ ਨਾਮ ਤਾਂ ਲੈਂਦੇ ਆ ਵੀ ਉਹ ਇਤਿਹਾਸ ਦੇ ਵਿੱਚ ਇੱਕ ਸਾਖੀ ਹੈ, ਦੁਨੀਆ ਸਾਖੀ ਜਾਣਦੀ ਹੈ ਵੀ ਉਹਨੇ ਇਹ ਕੰਮ ਕੀਤਾ। ਮੁਰਦਿਆਂ ਦੇ ਮੂੰਹ ਵਿੱਚੋਂ ਵੀ ਮਾਇਆ ਕੱਢ ਕੇ ਲੈ ਆਇਆ ਸੀ। ਆਪਣੇ ਸਿਪਾਹੀਆਂ ਨੂੰ ਕਹਿੰਦਾ ਮੇਰੇ ਰਾਜ ਦੇ ਵਿੱਚ ਜਿੰਨੇ ਮੁਰਦੇ ਦੱਬੇ ਨੇ ਉਹਨਾਂ ਮੁਰਦਿਆਂ ਦੇ ਨਾਲ ਜੇ ਕਿਸੇ ਨੇ ਕੋਈ ਟਕਾ ਰੱਖਿਆ, ਕੋਈ ਮੂੰਹ ਵਿੱਚ ਪਾਇਆ, ਉਹ ਵੀ ਕੱਢ ਕੇ ਲਿਆਓ ਤੇ ਮੇਰੇ ਖਜ਼ਾਨੇ ਵਿੱਚ ਜਮ੍ਹਾਂ ਕਰੋ। ਪਰ ਅੱਜ ਤੇ ਦੁਨੀਆ ਵਿੱਚ ਕਈ ਕਾਰੂ ਬਣੇ ਹੋਏ ਨੇ ਜਿਨ੍ਹਾਂ ਨੇ ਧਨ ਨੂੰ ਇਕੱਠਾ ਕਰਨ ਦੀ ਮਨਸ਼ਾ ਲਾਈ ਹੋਈ ਹੈ ਕਿ ਕੋਈ ਵੀ ਫਸਲ ਹੈ, ਕੋਈ ਵੀ ਵਪਾਰ ਹੈ, ਉਸ ਨੂੰ ਸਸਤਾ ਤੇ ਸੌਖਾ ਖਰੀਦ ਕੇ ਉਹਨੂੰ ਸਟੋਰ ਕਰ ਲੈ। ਜਦੋਂ ਮੁਸੀਬਤ ਬਣੇਗੀ, ਸੰਕਟ ਪਵੇਗਾ, ਤੇ ਫਿਰ ਬਹੁਤੀ ਮੋਟੀ ਮਾਇਆ ਲੈ ਕੇ ਉਸ ਵਸਤੂ ਨੂੰ ਅੱਗੇ ਦੁਨੀਆ ਵਿੱਚ ਵੰਡਿਆ ਜਾਏਗਾ, ਜਿਹਨੂੰ ਕਹਿੰਦੇ ਨੇ ਕਾਲਾ ਬਾਜ਼ਾਰੀ, ਕਾਲਾ ਧੰਦਾ। ਵੀ ਕਿਸੇ ਚੀਜ਼ ਨੂੰ ਰੇਟ ਤੋਂ ਵੀ ਕਈ ਗੁਣਾ ਉੱਪਰ ਜਾ ਕੇ ਵੇਚਣਾ। ਤੇ ਵਪਾਰੀ ਇਕੱਲੇ ਸਾਡੇ ਦੇਸ਼ ਵਿੱਚ ਨਹੀਂ ਬੈਠੇ ਵੀ ਅਸੀਂ ਆਖਦੇ ਆ ਸਾਨੂੰ ਲੁੱਟਦੇ ਪਏ। ਇਹੋ ਜਿਹੇ ਵਪਾਰੀ ਕਈ ਦੇਸ਼ਾਂ ਵਿੱਚ ਬੈਠੇ ਹੋਏ ਜਿਨ੍ਹਾਂ ਦਾ ਕਰਮ ਹੀ ਇਹ ਹੈ, ਕੰਮ ਹੀ ਇਹ ਹੈ, ਸਸਤੀ ਚੀਜ਼ ਨੂੰ ਖਰੀਦ ਕੇ ਛੁਪਾ ਲੈਣਾ, ਮੁੜ ਕੇ ਜਦੋਂ ਉਹਦੇ ਭਾਅ ਸਮਾਨ ਚੜ੍ਹ ਗਏ ਫਿਰ ਉਸ ਨੂੰ ਬਾਹਰ ਮਾਰਕੀਟ ਵਿੱਚ ਕੱਢਣਾ। ਪਾਤਸ਼ਾਹ ਕਹਿਣ ਲੱਗੇ ਧਨ ਜੋਰਨ ਕੀ ਮਨਸ਼ਾ। ਇਹ ਜਿਹੜਾ ਧਨ ਹੈ ਨਾ, ਇਹਨੂੰ ਇਕੱਠਾ ਕਿਵੇਂ ਕਰਨਾ ਬੜੇ ਤਰੀਕੇ ਸਿੱਖੇ, ਬੜੀਆਂ ਡਿਗਰੀਆਂ ਕੀਤੀਆਂ ਇਸ ਗੱਲ ਦੀਆਂ ਵੀ ਧਨ ਕਮਾਉਣਾ ਕਿਵੇਂ ਹੈ। ਧਨ ਕਮਾ ਕੇ ਫਿਰ ਉਹਨੂੰ ਇਕੱਠਾ ਕਰਕੇ ਵੀ ਰੱਖਣਾ, ਬਾਹਰ ਨਹੀਂ ਜਾਣਾ ਚਾਹੀਦਾ। ਪਾਤਸ਼ਾਹ ਕਹਿੰਦੇ ਧਨ ਵੀ ਕਮਾ ਲਿਆ, ਕਮਾ ਕੇ ਇਕੱਠਾ ਵੀ ਕਰ ਲਿਆ, ਪਰ ਹੋਇਆ ਕੀ? ਬੀਚੇ ਨਿਕਸੇ ਸਾਸ। ਇਹ ਸਾਰਾ ਕੁਝ ਕਰਦਿਆਂ ਉਧਰੋਂ ਜਮ ਸਾਹਮਣੇ ਆ ਗਿਆ। ਚੱਲ ਭਾਈ ਤੇਰਾ ਟਾਈਮ ਹੋ ਗਿਆ, ਜਿੰਨੇ ਤੈਨੂੰ ਸਵਾਸ ਦਿੱਤੇ ਸਨ ਤੇਰੇ ਪੂਰੇ ਹੋ ਗਏ, ਮੈਂ ਤੈਨੂੰ ਲੈਣ ਆ ਗਿਆ। ਤੇ ਪਾਤਸ਼ਾਹ ਕਹਿਣ ਲੱਗੇ ਕਈ ਦੇਸ਼ਾਂ ਵਿੱਚ ਖੜਾ ਕੀਤਾ ਹੋਇਆ ਬਿਜ਼ਨਸ ਵੀ ਉੱਥੇ ਰਹਿ ਗਿਆ। ਉਸ ਬਿਜ਼ਨਸ ਤੋਂ ਇਕੱਠੀ ਹੋਣ ਵਾਲੀ ਮਾਇਆ ਪਤਾ ਨਹੀਂ ਕਿੰਨੇ ਕੁ ਖਜ਼ਾਨੇ ਉੱਥੇ ਦੇ ਉੱਥੇ ਹੀ ਰਹਿ ਗਏ। ਤੇ ਕਹਿਣ ਲੱਗੇ ਉਹ ਵਿੱਚੇ ਛੱਡ ਕੇ ਸਾਰਾ ਕੁਝ ਚਲਾ ਗਿਆ। ਸਵਿਸ ਬੈਂਕ ਦੇ ਵਿੱਚ ਲੋਕਾਂ ਨੇ ਆਪਣੇ ਅਕਾਊਂਟ ਖੁਲਾਏ ਹੋਏ, ਖਾਤੇ ਖੁਲਾਏ ਹੋਏ ਵੀ ਇੱਥੇ ਪੈਸਾ ਜਮ੍ਹਾਂ ਕਰਾਈਏ, ਦੁਨੀਆ ਨੂੰ ਜਾਣਕਾਰੀ ਨਹੀਂ ਹੋਵੇਗੀ ਮੇਰੇ ਕੋਲ ਕਿੰਨੀ ਮਾਇਆ ਹੈ। ਪਰ ਕਹਿਣ ਲੱਗੇ ਉਹ ਮਾਇਆ ਤੇ ਉੱਥੇ ਇਕੱਠੀ ਕਰ ਲਈ, ਬੈਂਕ ਦੇ ਵਿੱਚ ਜਮ੍ਹਾਂ ਤੇ ਕਰਾ ਲਈ, ਪਰ ਕੱਢਣ ਦਾ ਹੁਕਮ ਨਹੀਂ ਹੋਇਆ, ਉੱਥੇ ਦੀ ਉੱਥੇ ਹੀ ਰਹਿ ਗਏ। ਬੀਚੇ ਨਿਕਸੇ ਸਾਂਸ। ਧਨ ਇਕੱਠਾ ਕਰਦਾ ਰਿਹਾ, ਦੇਸ਼ਾਂ ਵਿੱਚ ਵਪਾਰ ਖੜਾ ਕਰਦਾ ਰਿਹਾ, ਇਕੱਠੀ ਕੀਤੀ ਮਾਇਆ ਨੂੰ ਸਾਂਭਣ ਵਾਸਤੇ ਫਿਰ ਇਹੋ ਜਿਹੀ ਬੈਂਕ ਨੂੰ ਲੱਭਿਆ ਜਿੱਥੇ ਕੋਈ ਮੈਨੂੰ ਟੈਕਸ ਨਾ ਪਾ ਸਕੇ, ਜਿੱਥੋਂ ਕੋਈ ਮੈਨੂੰ ਪਤਾ ਨਾ ਕਰ ਸਕੇ ਮੇਰੇ ਕੋਲ ਮਾਇਆ ਕਿੰਨੀ ਹੈ, ਮੇਰੀ ਇੱਥੇ ਸਾਂਭੀ ਰਵੇ, ਛੁਪੀ ਰਹੇ। ਪਰ ਪਾਤਸ਼ਾਹ ਕਹਿੰਦੇ ਬੀਚੇ ਨਿਕਸੇ ਸਾਂਸ। ਇਹ ਸਾਰਾ ਕੁਝ ਕਰਦਿਆਂ ਵਿੱਚੇ ਹੀ ਸਾਹ ਨਿਕਲ ਗਿਆ, ਮਰ ਗਿਆ। ਉਹ ਧਨ ਉੱਥੇ ਦਾ ਉੱਥੇ ਹੀ ਪਿਆ ਰਹਿ ਗਿਆ। ਤੇ ਪਹਿਲੇ ਸਮੇਂ ਵਿੱਚ ਲੋਕ ਘੜਿਆਂ ਵਿੱਚ ਪਾ ਕੇ ਮਿੱਟੀ ਵਿੱਚ ਦੱਬ ਦਿੰਦੇ ਸਨ। ਤੇ ਅੱਜ ਉਹ ਬੈਂਕ ਦੇ ਵਿੱਚ ਹੈ, ਜਿਹਨੇ ਮਿੱਟੀ ਵਿੱਚ ਦੱਬਿਆ ਉਹ ਵੀ ਮਰ ਗਿਆ, ਮਿੱਟੀ ਵਿੱਚ ਹੀ ਰਹਿ ਗਿਆ। ਤੇ ਵੇਖਿਆ ਜਾਂਦਾ ਨਾ ਪੁਰਾਣੀਆਂ ਖੁਦਾਈਆਂ ਹੁੰਦੀਆਂ ਪੁਰਾਣੇ ਘਰਾਂ ਦੀਆਂ, ਤੇ ਉਹਨਾਂ ਦੀਆਂ ਨੀਹਾਂ ਵਿੱਚੋਂ ਘਰ ਦੇ ਵਿੱਚੋਂ ਆਖਦੇ ਇੰਨਾ ਧਨ ਮਿਲਿਆ, ਇੰਨਾ ਧਨ ਮਿਲਿਆ। ਉਹ ਧਨ ਧਰਤੀ ਵਿੱਚੋਂ ਉਗਿਆ ਨਹੀਂ, ਉਹ ਕਿਸੇ ਨੇ ਤੇਰੇ ਵਰਗੇ ਨੇ ਪਹਿਲਾਂ ਦੱਬਿਆ ਹੈ। ਉਹ ਮਰ ਗਿਆ ਤੇ ਤੂੰ ਉਸ ਨੂੰ ਕੱਢ ਲਿਆ। ਪਾਤਸ਼ਾਹ ਕਹਿਣ ਲੱਗੇ ਬੰਦੇ ਦੀ ਇਸ ਤਰ੍ਹਾਂ ਕਰਦਿਆਂ ਸਾਹ ਪੂਰੇ ਹੋ ਜਾਂਦੇ ਤੇ ਮਰ ਕੇ ਸਭ ਕੁਝ ਛੱਡ ਕੇ ਚਲਾ ਜਾਂਦਾ ਹੈ। ਲਸਕਰ ਨੇ ਬਖਵਾ ਸਭ ਤਿਆਗੇ, ਜੰਪੁਰ ਊਠ ਸਿਧਾਸ। ਏਡਾ ਵੱਡਾ ਆਦਮੀ ਹੈ, ਖਜ਼ਾਨੇ ਇਕੱਠੇ ਕੀਤੇ ਨੇ, ਦੇਸਾਂ ਵਿਦੇਸਾਂ ਵਿੱਚ ਕਾਰੋਬਾਰ ਇਕੱਠਾ ਕੀਤਾ ਹੈ, ਖੜਾ ਕੀਤਾ ਹੈ।
ਆਮ ਬੰਦਾ ਨਹੀਂ ਹੋਵੇਗਾ, ਰਾਜਾ ਹੀ ਹੋਵੇਗਾ ਨਾ। ਰਾਜਿਆਂ ਦੇ ਵਪਾਰ ਹੁੰਦੇ। ਆਮ ਬੰਦਾ ਕਿੰਨੀ ਕੁ ਚੋਰੀ ਕਰੇਗਾ? ਆਮ ਬੰਦਾ ਤੇ ਕੁਝ ਪੈਸੇ ਕਮਾਏਗਾ, 10% ਕਮਾ ਲਵੇਗਾ, ਪਰ ਜਿਹੜੇ ਅਸਲ ਵਿੱਚ ਰਾਜੇ ਰਜਵਾੜੇ ਨੇ ਨਾ, ਜਿਹੜੇ ਦੇਸ਼ ਦੇ ਕਹਿੰਦੇ ਵੀ ਅਸੀਂ ਰਾਖੇ ਆ, ਲੁੱਟਦੇ ਤੇ ਇਹ ਪਏ ਨੇ। ਇਹਨਾਂ ਦੇ ਖਾਤੇ ਵਿੱਚ ਹਜ਼ਾਰਾਂ ਕਰੋੜ ਰੁਪਏ ਪਏ ਹੋਏ, ਲੁੱਟਦੇ ਤੇ ਇਹ ਪਏ ਨੇ। ਆਮ ਬੰਦੇ ਨੇ ਕੀ ਲੁੱਟ ਲੈਣਾ ਹੈ? ਕੋਈ 10 ਦੀ ਵਸਤੂ ਲਿਆ ਕੇ 12-15 ਦੀ ਵੇਚੇਗਾ, ਪਰ ਜਿੰਨੇ ਦੇਸ਼ ਹੀ ਜਿਹਦੇ ਹੱਥ ਵਿੱਚ ਜੋ ਮਰਜ਼ੀ ਕਰੇ, ਜਿਹੜੇ ਮਰਜ਼ੀ 2 ਨੰਬਰ ਦੇ ਬੰਦੇ ਨੂੰ ਬਾਹਰ ਕੱਢ ਦੇਵੇ ਵੀ ਜਾ ਤੈਨੂੰ ਇਸ ਦੇਸ਼ ਵਿੱਚ ਕੋਈ ਨਹੀਂ ਕਵੇਗਾ, ਜਦੋਂ ਮਰਜ਼ੀ ਜਹਾਜ਼ ਤੇ ਚੜ੍ਹ ਤੇ ਕਿਸੇ ਹੋਰ ਦੇਸ਼ ਵਿੱਚ ਚਲੇ ਜਾ। ਪਰ ਇਹ ਕਰਨ ਵਾਸਤੇ ਕਿੰਨੀ ਰਕਮ ਲਈ ਹੈ? ਉਹ ਰਾਜੇ ਨੇ ਲਈ ਹੈ। ਪਾਤਸ਼ਾਹ ਕਹਿਣ ਲੱਗੇ ਇਹੋ ਜਿਹੇ ਰਾਜੇ ਜਿਨ੍ਹਾਂ ਦੇ ਕੋਲ 4 ਤਰ੍ਹਾਂ ਦੀਆਂ ਫੌਜਾਂ ਸਨ, ਪਹਿਰਾ ਦੇਣ ਵਾਸਤੇ, ਰਾਖੀ ਕਰਨ ਵਾਸਤੇ 4 ਤਰ੍ਹਾਂ ਦੀ ਫੌਜ। ਵਿਦਵਾਨ ਕਹਿੰਦੇ ਨੇ ਇੱਕ ਫੌਜ ਉਹ ਜਿਹੜੀ ਹਾਥੀਆਂ ਦੇ ਉੱਪਰ ਚੜ੍ਹ ਕੇ ਚੱਲਦੀ ਹੈ, ਕਿ ਮੇਰੇ ਕੋਲ ਇੰਨੇ ਹਾਥੀ ਨੇ ਔਰ ਇੰਨੇ ਹਾਥੀਆਂ ਵਿੱਚ ਚੜ੍ਹ ਕੇ ਚੱਲਣ ਵਾਲੇ ਬੰਦੇ, ਤੇ ਉਹਨਾਂ ਹਾਥੀਆਂ ਦੇ ਉੱਪਰ ਬੈਠ ਕੇ ਇੰਨੇ ਲੜਨ ਵਾਲੇ ਬੰਦੇ। ਇਹ ਮੇਰੇ ਕੋਲ ਇੱਕ ਤਰ੍ਹਾਂ ਦੀ ਫੌਜ ਹੈ ਜਿਹੜੇ ਹਾਥੀਆਂ ਦੇ ਉੱਪਰ ਚੜ੍ਹ ਕੇ ਚੱਲਦੇ ਹੁਣ ਪਹਿਲੇ ਸਮੇਂ ਦੇ ਵਿੱਚ। ਦੂਜੇ ਨੰਬਰ ਦੀ ਫੌਜ ਉਸ ਨੂੰ ਮੰਨਿਆ ਜਾਂਦਾ ਹੈ ਜਿਸ ਤਰ੍ਹਾਂ ਕਿ ਰੱਥ ਦੇ ਉੱਪਰ ਚੜ੍ਹ ਕੇ ਚੱਲਣਾ। ਰੱਥ ਦੇ ਉੱਪਰ ਚੜ੍ਹਦੇ ਸਨ ਵਜ਼ੀਰ, ਸੈਨਾਪਤੀ, ਜਿਹੜੇ ਫੌਜ ਦੇ ਮੁੱਖ ਹੁੰਦੇ ਸਨ, ਜਿਹਨੂੰ ਆਪਾਂ ਕਮਾਂਡਰ ਕਹਿ ਦਿੰਦੇ ਜਾਂ ਇਸੇ ਤਰ੍ਹਾਂ ਜਰਨਲ ਕਹਿ ਦਿੰਦੇ। ਉਹਨਾਂ ਨੂੰ ਰੱਥ ਦਿੱਤੇ ਜਾਂਦੇ ਸਨ ਵੀ ਰੱਥ ਦੇ ਉੱਪਰ ਚੜ੍ਹ ਕੇ ਆਪਣੀ ਫੌਜ ਦੀ ਦੇਖ ਰੇਖ ਕਰੇਗਾ। ਪਾਤਸ਼ਾਹ ਕਹਿਣ ਲੱਗੇ ਵੀ ਫੌਜ ਕੋਲ ਰੱਖੀ ਹੈ, ਬੜੇ ਰੱਥ ਨੇ, ਰੱਥਾਂ ਤੇ ਚੜ੍ਹਨ ਵਾਲੇ ਬੜੇ ਵਜ਼ੀਰ ਕੋਲ ਰੱਖੀ ਬੈਠਾ। ਤੇ ਤੀਜੇ ਨੰਬਰ ਤੇ ਉਹ ਨੇ ਜਿਨ੍ਹਾਂ ਨੂੰ ਘੋੜਿਆਂ ਦੀ ਸਵਾਰੀ ਮਿਲੀ ਹੈ, ਘੋੜੇ ਮਿਲੇ ਹੋਏ ਕਿ ਉਹ ਘੋੜੇ ਦੇ ਉੱਪਰ ਚੜ੍ਹ ਕੇ ਚੱਲੇਗਾ ਤੇ ਦੁਸ਼ਮਣ ਤੇ ਹਮਲਾ ਕਰੇਗਾ। ਤੇ ਚੌਥੇ ਨੰਬਰ ਦੀ ਫੌਜ ਉਹ ਹੈ ਜਿਹੜੀ ਪੈਦਲ ਚੱਲਦੀ ਹੈ, ਪੈਰਾਂ ਦੇ ਨਾਲ, ਜਿਹਦੇ ਕੋਲ ਹਾਥੀ ਘੋੜਾ ਨਹੀਂ, ਰੱਥ ਨਹੀਂ, ਪੈਰਾਂ ਨਾਲ ਚੱਲ ਕੇ ਜਾਣਾ ਹੈ। ਪਾਤਸ਼ਾਹ ਕਹਿੰਦੇ 4 ਤਰ੍ਹਾਂ ਦੀ ਫੌਜ ਇਕੱਠੀ ਕਰ ਲਈ। ਤੇ ਅੱਜ ਆਪਾਂ ਕਹਿ ਸਕਦੇ ਹਾਂ ਜਿਵੇਂ ਹਵਾਈ ਜਹਾਜ਼ ਨੂੰ ਉਡਾਉਣ ਵਾਲੀ ਹਵਾਈ ਫੌਜ ਹੈ, ਇਸੇ ਤਰ੍ਹਾਂ ਜਿਹੜੀ ਧਰਤੀ ਤੇ ਚੱਲਣ ਵਾਲੀ ਫੌਜ ਹੈ ਤੇ ਜਿਹੜੀ ਪਾਣੀ ਵਿੱਚ ਚੱਲਣ ਵਾਲੀ ਫੌਜ ਹੈ, ਫੌਜਾਂ ਤੇ ਇਕੱਠੀਆਂ ਕਰ ਲਈਆਂ। ਪਰ ਜਦੋਂ ਮੌਤ ਆਉਣੀ ਹੈ ਨਾ ਰੱਥ ਵਾਲੀ ਫੌਜ ਨੇ ਬਚਾਉਣਾ, ਨਾ ਹਾਥੀ ਵਾਲੀ ਨੇ, ਨਾ ਘੋੜਿਆਂ ਵਾਲੀ ਨੇ, ਨਾ ਹਵਾਈ ਜਹਾਜ਼ ਤੇ ਚੜ੍ਹਨ ਵਾਲੀ ਫੌਜ ਨੇ ਤੈਨੂੰ ਬਚਾਉਣਾ, ਨਾ ਪਾਣੀ ਦੇ ਵਿੱਚ ਨੇਵੀ ਵਿੱਚ ਬੈਠੇ ਹੋਏ ਜਿਹੜੇ ਨੇ, ਨਾ ਤੈਨੂੰ ਉਹਨਾਂ ਨੇ ਬਚਾਉਣਾ, ਨਾ ਤੈਨੂੰ ਧਰਤੀ ਤੇ ਜਿਹੜੇ ਰੀਂਗ ਕੇ ਚੱਲਦੇ ਨੇ, ਕਈ ਤਰ੍ਹਾਂ ਦੇ ਮੋਰਚੇ ਬਣਾ ਕੇ ਲੜਦੇ ਨੇ, ਨਾ ਤੈਨੂੰ ਉਹਨਾਂ ਨੇ ਬਚਾਉਣਾ। ਪਾਤਸ਼ਾਹ ਕਹਿਣ ਲੱਗੇ ਲਸ਼ਕਰ ਤੋਂ ਭਾਵ 4 ਤਰ੍ਹਾਂ ਦੀ ਫੌਜ। ਤੇ ਦੂਜਾ ਮਹਾਰਾਜ ਜੀਆਂ ਨੇ ਬਚਨ ਵਰਤਿਆ ਨੇਵ, ਤੇ ਤੀਜਾ ਬਚਨ ਵਰਤਿਆ ਮਹਾਰਾਜ ਜੀਆਂ ਨੇ ਖਵਾਸ। ਖਵਾਸ ਕਿਹਾ ਜਾਂਦਾ ਚੌਰ ਦਰਬਾਰ, ਹੱਥ ਵਿੱਚ ਚੌਰ ਲੈ ਕੇ ਬੰਦਾ ਖਲੋਤਾ, ਸਿਰ ਦੇ ਉੱਪਰ ਕਰਦਾ ਪਿਆ, ਕੋਈ ਪੱਖਾ ਚੱਲਦਾ ਪਿਆ, ਐਸੇ ਠਾਠ ਬਾਠ ਬਣੇ ਨੇ। ਕੋਈ ਚੌਰ ਦਰਬਾਰ ਬਣਿਆ ਹੋਇਆ, ਕੋਈ ਚੋਬ ਦਰਬਾਰ ਬਣਿਆ ਹੋਇਆ, ਗੇਟ ਦੇ ਸਾਹਮਣੇ ਪਹਿਰਾ ਲੱਗਾ ਹੋਇਆ, ਹੱਥ ਵਿੱਚ ਸੋਨੇ ਦੇ ਡੰਡੇ ਫੜ ਕੇ, ਹੱਥ ਵਿੱਚ ਚਾਂਦੀ ਦੇ ਡੰਡੇ ਫੜ ਕੇ 2 ਪਹਿਰੇਦਾਰ, 4 ਪਹਿਰੇਦਾਰ, 10-15 ਪਹਿਰੇਦਾਰ ਖਲੋਤੇ ਨੇ। ਉਹ ਪੁੱਛਦੇ ਨੇ ਕਿੱਧਰ ਚੱਲਿਆ, ਕਾਹਦੇ ਵਾਸਤੇ ਆਇਆ, ਉਹਨਾਂ ਨੂੰ ਦੱਸਣਾ ਪੈਂਦਾ। ਉਹ ਫਿਰ ਜਾ ਕੇ ਆਪਣੇ ਮਾਲਕ ਨੂੰ ਦੱਸਦੇ ਫਲਾਣਾ ਬੰਦਾ ਮਿਲਣ ਆਇਆ, ਤੁਹਾਡਾ ਹੁਕਮ ਹੋਵੇ ਤੇ ਅੰਦਰ ਭੇਜੀਏ, ਨਾ ਹੋਵੇ ਤੇ ਬਾਹਰ ਰੋਕੀਏ। ਤੇ ਜੇ ਮਾਲਕ ਦਾ ਹੁਕਮ ਹੋਵੇ ਵੀ ਹਾਂ ਭੇਜਿਆ ਜਾਵੇ, ਫਿਰ ਉਹਨਾਂ ਦੀ ਤਲਾਸ਼ੀ ਕੀਤੀ ਜਾਂਦੀ ਹੈ, ਇਹਨਾਂ ਕੋਲ ਕੋਈ ਹਥਿਆਰ ਤਾਂ ਨਹੀਂ, ਕੋਈ ਖਤਰਨਾਕ ਵਸਤੂ ਤੇ ਨਹੀਂ, ਫਿਰ ਅੰਦਰ ਆਉਣ ਦਿੱਤਾ ਜਾਂਦਾ। ਪਾਤਸ਼ਾਹ ਕਹਿਣ ਲੱਗੇ ਫੌਜ ਵੀ ਬੜੀ ਵੱਡੀ ਰੱਖ ਲਈ ਹੈ, ਬਾਹਰ ਪਹਿਰੇਦਾਰ ਵੀ ਸੋਨੇ ਦੀਆਂ ਲੱਠ ਫੜਾ ਕੇ ਖੜੇ ਕੀਤੇ ਹੋਏ, ਤੇ ਹੱਥ ਵਿੱਚ ਚੌਰ ਲੈ ਕੇ, ਪੱਖੇ ਲੈ ਕੇ ਚੱਲਣ ਵਾਲੇ ਸੇਵਾਦਾਰ ਵੀ ਇਕੱਠੇ ਕੀਤੇ ਨੇ। ਇਹ ਸਾਰਾ ਕੁਝ ਹੀ ਕੋਲ ਹੈ। ਪਰ ਪਾਤਸ਼ਾਹ ਕਹਿਣ ਲੱਗੇ ਸਭ ਤਿਆਗੇ। ਜਦੋਂ ਜੰਮ ਆ ਗਿਆ ਲੈਣ ਵਾਸਤੇ, ਨਾ ਤੇ ਉਹ ਜਿਹੜੇ ਪਹਿਰੇ ਤੇ ਖਲੋਤੇ ਉਹਨਾਂ ਨੇ ਬਚਾਉਣਾ, ਤੇ ਨਾ ਜਿਨ੍ਹਾਂ ਨੇ ਹੱਥ ਵਿੱਚ ਚੌਰ ਤੇ ਪੱਖੇ ਫੜੇ ਉਹਨਾਂ ਨੇ ਛਡਾਉਣਾ ਹੈ। ਸਾਰੇ ਛੱਡ ਕੇ ਜੰਮਪੁਰ ਊਠ ਸਿਧਾਸ, ਇਹ ਦੁਨੀਆ ਛੱਡ ਕੇ ਜਮਾਂ ਦੀ ਪੁਰੀ ਨੂੰ ਚੱਲਣਾ ਪਵੇਗਾ। ਜੰਮ ਨਾਲ ਲੈ ਜਾਣਗੇ। ਨਾ ਫੌਜਾਂ ਨੇ ਬਚਾਇਆ, ਨਾ ਪਹਿਰੇਦਾਰਾਂ ਨੇ ਬਚਾਇਆ, ਨਾ ਚੌਰ ਕਰਨ ਵਾਲੇ ਨੇ ਬਚਾਇਆ। ਧਨ ਭਾਵੇਂ ਕਿੰਨਾ ਵੀ ਇਕੱਠਾ ਕੀਤਾ,
ਦੇਸ਼ ਵਿਦੇਸ਼ ਦੀਆਂ ਬੈਂਕਾਂ ਭਰ ਛੱਡੀਆਂ, ਪਰ ਕਹਿਣ ਲੱਗੇ ਜਦੋਂ ਮੌਤ ਆਈ ਨਾ ਭਾਈ ਪਿਆਰਿਆ, ਉਦੋਂ ਲੋਕ ਹੱਥ ਵਿੱਚ ਮਾਇਆ ਫੜ ਫੜ ਕੇ ਦਿੰਦੇ, ਜਿੰਨੀ ਮਰਜ਼ੀ ਲੈ ਲਓ ਪਰ ਮੈਨੂੰ ਬਚਾ ਲਵੋ। ਉਸ ਮਾਇਆ ਦੇ ਨਾਲ ਵੀ ਫਿਰ ਜ਼ਿੰਦਗੀ ਬਚਾਈ ਨਹੀਂ ਸਕਦੀ ਹੈ, ਬਚਾਈ ਜਾ ਨਹੀਂ ਸਕਦੀ ਹੈ। ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ। ਹੋਏ ਅਨੰਨਨ ਮਾਠਾੜ ਕੀ ਦ੍ਰਿੜਤਾ ਆਪਸ ਕੋ ਜਾਨਾਤ। ਅੱਛਾ ਕਹਿਣ ਲੱਗੇ ਹੋਏ ਅਨਿੰਨ, ਅਨਿੰਨ ਤੋਂ ਭਾਵ ਹੁੰਦਾ ਮੇਰੇ ਵਰਗਾ ਕੋਈ ਭਗਤ ਨਹੀਂ ਹੈ, ਮੈਂ ਬੜਾ ਕੱਟੜ ਭਗਤ ਹਾਂ, ਮੈਂ ਤੇ ਕਦੇ ਭਗਤੀ ਨਹੀਂ ਛੱਡਦਾ, ਮੈਂ ਤੇ ਦਿਨੇ ਰਾਤ ਬਸ ਜਿਹੜਾ ਕੰਮ ਸੋਚ ਲਵਾਂ ਨਾ ਕਰਕੇ ਹਟਦਾ। ਜਾਂ ਅਨਿੰਨ ਤੋਂ ਭਾਵ ਹੁੰਦਾ ਕਿ ਮੈਂ ਬਹੁਤੀ ਦੁਨੀਆ ਦੇ ਵਿੱਚ ਬਹਿਣਾ ਉੱਠਣਾ ਪਸੰਦ ਨਹੀਂ ਕਰਦਾ, ਐਵੇਂ ਲੋਕ ਕਮਲੇ ਰੌਲਾ ਪਾਉਣ ਵਾਸਤੇ ਮੈਂ ਤੇ ਉਹਨਾਂ ਤੋਂ ਵੱਖਰਾ ਰਹਿਣਾ ਹੀ ਪਸੰਦ ਕਰਦਾ, ਕਿਉਂਕਿ ਮੈਂ ਉੱਚਾ ਜੂ ਹੋਇਆ, ਵੱਡਾ ਜੂ ਹੋਇਆ, ਸਤਿਕਾਰਯੋਗ ਜੂ ਹੋਇਆ। ਮੈਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਹੈ, ਮੈਨੂੰ ਬਹੁਤੇ ਲੋਕਾਂ ਦੀ ਸੰਗਤ ਨਹੀਂ ਚਾਹੀਦੀ, ਮੈਂ ਤੇ ਵੱਖਰਾ ਰਹਿਣਾ ਪਸੰਦ ਕਰਦਾ। ਕਹਿਣ ਲੱਗੇ ਭਾਵੇਂ ਵੱਖਰਾ ਰਹਿਣਾ ਪਸੰਦ ਕਰ ਤੇ ਭਾਵੇਂ ਆਪਣੇ ਆਪ ਨੂੰ ਆਖ ਵੀ ਮੇਰੇ ਵਰਗਾ ਭਗਤ ਕੋਈ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਇਹ ਤੇਰੇ ਮਨ ਦੇ ਹੱਠ ਦੀ ਜਿੰਨੀ ਮਰਜ਼ੀ ਦ੍ਰਿੜਤਾ ਕਰ ਕਰਕੇ ਵਿਖਾ ਵੀ ਮੇਰਾ ਜੋ ਮਨ ਕਹਿੰਦਾ ਮੈਂ ਉਹ ਕਰਕੇ ਰਹਿੰਦਾ ਹਾਂ, ਮੈਂ ਬੜਾ ਹਠੀ ਹਾਂ। ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਆਪਣੇ ਆਪ ਨੂੰ ਜਨਾਉਂਦਾ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਹੈ। ਆਪਸ ਕੋ ਜਾਨਾਤ, ਆਪਣੇ ਆਪ ਨੂੰ ਜਨਾਉਂਦਾ ਵੀ ਮੇਰੇ ਵਰਗਾ ਕੋਈ ਵੱਡਾ ਕੋਈ ਤਕੜਾ ਨਹੀਂ ਹੈ। ਜੋ ਅਨੰਦ ਅਨੰਦ ਕਰ ਛੋੜਿਓ ਸੋਈ ਫਿਰ ਖਾਤ। ਅੱਛਾ ਕਹਿਣ ਲੱਗੇ ਜਿਹੜਾ ਅੰਨ ਸੀ ਨਾ, ਜਿਸ ਨੂੰ ਛਕਣਾ ਸੀ, ਜਿਹੜਾ ਰੱਬ ਨੇ ਬਣਾਇਆ ਖਾਣ ਵਾਸਤੇ, ਦੁਨੀਆ ਦੇ ਸਾਹਮਣੇ ਉਸ ਅੰਨ ਦੀ ਨਿੰਦਿਆ ਕਰਦਾ, ਇਹਦੇ ਵਿੱਚ ਤੇ ਲੂਣ ਠੀਕ ਨਹੀਂ ਹੈ, ਮਿਰਚ ਠੀਕ ਨਹੀਂ ਹੈ, ਚੰਗਾ ਨਹੀਂ ਬਣਿਆ, ਕੱਚਾ ਨਹੀਂ ਬਣਿਆ, ਪੱਕਾ ਨਹੀਂ ਬਣਿਆ, ਇਹ ਮੈਂ ਨਹੀਂ ਖਾਣਾ, ਮੇਰੇ ਖਾਣ ਦੇ ਯੋਗ ਨਹੀਂ ਹੈ। ਦੁਨੀਆ ਨੂੰ ਕਰ ਕਰਕੇ ਦੱਸਦਾ ਜਿਹੋ ਜੀ ਖੁਰਾਕ ਮੇਰੀ ਹੈ ਉਸ ਮੁਤਾਬਕ ਨਹੀਂ ਬਣਿਆ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਦੁਨੀਆ ਨੂੰ ਇਹ ਦੱਸਦਾ ਵੀ ਮੈਂ ਤੇ ਮਹਿੰਗੀ ਤੋਂ ਮਹਿੰਗੀ ਸਬਜ਼ੀ ਜਾਂ ਮਾਸ ਖਾਂਦਾ ਹਾਂ, ਇਹ ਸਸਤਾ ਮਾਸ ਜਾਂ ਸਸਤੀ ਸਬਜ਼ੀ ਹੈ, ਮੇਰੇ ਖਾਣ ਯੋਗ ਨਹੀਂ ਹੈ। ਜੋ ਅਨਿੰਦ, ਜਿਹੜਾ ਅੰਨ ਦੀ ਨਿੰਦਿਆ ਨਹੀਂ ਸੀ ਕਰਨੀ ਚਾਹੀਦੀ, ਉਹਦੀ ਨਿੰਦਿਆ ਕੀਤੀ ਤੇ ਜਦੋਂ ਵੇਖਿਆ ਵੀ ਹੁਣ ਸਾਰੇ ਚਲੇ ਗਏ, ਘਰੋਂ ਘਰੀ ਮੈਂ ਰਹਿ ਗਿਆ, ਫਿਰ ਚੁੱਪ ਕਰਕੇ ਥਾਲੀ ਵਿੱਚ ਸਾਰਾ ਕੁਝ ਹੀ ਪਾਇਆ, ਕੱਲਾ ਬਹਿ ਕੇ ਅੰਦਰ ਬਹਿ ਕੇ ਕੁੰਡੀ ਲਾ ਕੇ ਫਿਰ ਖਾਧੀ ਵੀ ਜਾਂਦਾ। ਪਹਿਲਾਂ ਦੁਨੀਆ ਨੂੰ ਆਖਿਆ ਵੀ ਇਹ ਸਸਤੀ ਚੀਜ਼ ਹੈ, ਮੇਰੇ ਯੋਗ ਨਹੀਂ ਹੈ। ਪਹਿਲਾਂ ਦੁਨੀਆ ਨੂੰ ਆਖਿਆ ਵੀ ਇਹ ਵਸਤੂ ਜਿਹੜੀ ਹੈ ਇਹ ਠੀਕ ਬਣੀ ਨਹੀਂ, ਮੇਰੇ ਖਾਣ ਦੇ ਯੋਗ ਨਹੀਂ। ਦੁਨੀਆ ਨੇ ਆਖਿਆ ਬੜਾ ਵੱਡਾ ਆਦਮੀ ਹੈ, ਇਹ ਤੇ ਵਿਸ਼ੇਸ਼ ਹੀ ਭੋਜਨ ਛਕਦਾ ਹੈ। ਜਦੋਂ ਵੇਖਿਆ ਸਾਰੇ ਚਲੇ ਗਏ, ਉਸੇ ਵੇਲੇ ਥਾਲੀ ਭਰੀ ਤੇ ਅੰਦਰ ਕੁੰਡੀ ਲਾ ਕੇ ਬੈਠ ਗਿਆ ਤੇ ਖਾ ਵੀ ਲਿਆ। ਪਾਤਸ਼ਾਹ ਕਹਿਣ ਲੱਗੇ ਜੋ ਅਨਿੰਦ ਨਿੰਦ ਕਰ ਛੋੜਿਓ, ਨਿੰਦਿਆ ਕਰਕੇ ਛੱਡਿਆ, ਮੈਂ ਨਹੀਂ ਖਾਣਾ, ਸੋਈ ਫਿਰ ਖਾਤ, ਫਿਰ ਦੁਬਾਰਾ ਲੁਕ ਕੇ ਛੁਪ ਕੇ ਉਹਨਾਂ ਚੀਜ਼ਾਂ ਨੂੰ ਫਿਰ ਖਾਂਦਾ ਹੈ। ਦੁਨੀਆ ਕੋਲ ਨਿੰਦਿਆ ਤਾਂ ਕੀਤੀ ਸੀ, ਦੁਨੀਆ ਮੈਨੂੰ ਵੱਡਾ ਕਵੇ, ਦੁਨੀਆ ਮੈਨੂੰ ਚੰਗਾ ਕਵੇ, ਪਰ ਹੁਣ ਉਸ ਨੂੰ ਖਾਂਦਾ ਪਿਆ। ਫਿਰ ਫਰਮਾਉਂਦੇ ਹਨ ਜੋ ਅਨੰਦ ਨਿੰਦ ਕਰ ਛੋੜਿਓ ਸੋਈ ਫਿਰ ਖਾਤ। ਜਿਹੜੇ ਮਹਾਤਮਾ ਹਨ ਨਾਮ ਦੇ ਰਸੀਏ, ਉਹਨਾਂ ਨੇ ਜਿਸ ਵਸਤੂ ਦੀ ਜਿਸ ਵਕਾਰ ਦੀ ਨਿੰਦਿਆ ਕੀਤੀ ਹੈ, ਨਿੰਦਿਆ ਤੋਂ ਭਾਵ ਵੀ ਜਿਹੜਾ ਪਦਾਰਥ ਉਹਨਾਂ ਨੇ ਛੱਡਿਆ ਹੈ, ਜਿਹੜਾ ਮਹਾਤਮਾ ਨੇ ਕਿਹਾ ਵੀ ਇਹ ਪਦਾਰਥ ਖਾਣਾ ਪਾਪ ਰੂਪ ਹੈ, ਛੱਡ ਦਿੱਤਾ, ਤਿਆਗ ਦਿੱਤਾ, ਸੋਈ ਖਾਤ, ਇਹ ਬੰਦਾ ਖਾਂਦਾ ਵੀ ਉਸੇ ਨੂੰ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਆਖਿਆ ਮਾਸ ਖਾਣਾ ਪਾਪ ਹੈ, ਰੋਕਿਆ ਗਿਆ ਨਾ ਸਾਨੂੰ, ਅਸੀਂ ਆਖਿਆ ਠੀਕ ਹੈ ਪਾਪ ਹੈ, ਦੁਨੀਆ ਦੇ ਸਾਹਮਣੇ ਤੇ ਛੱਡ ਕੇ ਵਿਖਾਇਆ, ਪਰ ਅੰਦਰ ਬੈਠ ਕੇ ਸਾਰਾ ਕੁਝ ਕੀਤਾ। ਜਿਹੜੀ ਵਸਤੂ ਮਹਾਤਮਾ ਨੇ ਆਖੀ, ਗੁਰੂ ਨੇ ਆਖੀ ਵੀ ਸਿਗਰਟ ਪੀਣੀ, ਇਸੇ ਤਰ੍ਹਾਂ ਤੰਬਾਕੂ ਖਾਣਾ, ਸ਼ਰਾਬ ਪੀਣੀ ਇਤਿਆਦਿ ਕੇ ਜਿਹੜੇ ਨਸ਼ੇ ਨੇ ਨਹੀਂ ਕਰਨੇ ਸਿੱਖ ਨੇ, ਦੁਨੀਆ ਨੂੰ ਕਹਿੰਦਾ ਨਹੀਂ ਕਰਾਂਗਾ, ਨਹੀਂ ਕਰਦਾ, ਪਰ ਜਦੋਂ ਮੌਕਾ ਮਿਲਿਆ ਅੰਦਰ ਲੁਕ ਕੇ ਛਿਪ ਕੇ ਸਾਰਾ ਕੁਝ ਹੀ ਕਰਦਾ ਪਿਆ।
ਐਸੀ ਹਾਲਤ ਬਣੀ ਹੋਈ ਹੈ। ਜਿਹੜੇ ਪਦਾਰਥ ਗੁਰੂਆਂ ਨੇ, ਮਰਿਆਦਾ ਨੇ, ਮਹਾਤਮਾ ਨੇ ਕਹਿ ਵੀ ਖਾਣ ਯੋਗ ਨਹੀਂ, ਉਹਨਾਂ ਨੂੰ ਵਾਰ-ਵਾਰ ਖਾਂਦਾ ਹੈ। ਐਸਾ ਇਹ ਵਿਅਕਤੀ ਹੈ। ਫਿਰ ਫਰਮਾਉਂਦੇ ਹਨ, ਜੋ ਨਿੰਦ ਕਰ ਛੋੜਿਓ ਸੋਈ ਫਿਰ ਖਾਤ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੜੀਆਂ ਵਸਤੂਆਂ ਗੁਰੂ ਪਰਮੇਸ਼ਰ ਨੇ, ਸਾਧੂ ਨੇ ਨਿੰਦਿਆ ਕਰਕੇ ਛੱਡ ਦਿੱਤੀਆਂ ਵੀ ਇਹ ਵਸਤੂਆਂ ਵਿਕਾਰੀ ਨੇ, ਕਾਮ ਨੂੰ ਨਹੀਂ ਭੋਗਣਾ ਹੈ, ਇਸੇ ਤਰ੍ਹਾਂ ਹੰਕਾਰ ਨੂੰ ਨਹੀਂ ਮੰਨਣਾ ਹੈ। ਜਿਹੜੀਆਂ ਵਸਤੂਆਂ ਗੁਰੂ ਨੇ ਰੋਕਣ ਵਾਸਤੇ, ਛੱਡਣ ਵਾਸਤੇ ਆਖਿਆ, ਪਾਤਸ਼ਾਹ ਕਹਿਣ ਲੱਗੇ ਉਹਨਾਂ ਵਸਤੂਆਂ ਨੂੰ, ਉਹਨਾਂ ਕਰਮਾਂ ਨੂੰ ਵਾਰ-ਵਾਰ ਕਰਦਾ, ਵਾਰ-ਵਾਰ ਹੰਕਾਰੀ ਹੁੰਦਾ ਨਿੱਕੇ ਨਿੱਕੇ ਪਦਾਰਥਾਂ ਤੇ, ਵਾਰ-ਵਾਰ ਕਾਮੀ ਬਣਦਾ ਹੈ। ਉਸ ਵੇਲੇ ਕਾਮ ਨੂੰ ਭੋਗਣ ਵਾਸਤੇ ਵਾਰ-ਵਾਰ ਲੋਭੀ ਬਣਦਾ ਪਦਾਰਥਾਂ ਨੂੰ ਇਕੱਠੇ ਕਰਨ ਵਾਸਤੇ। ਜਿਹੜੇ ਪਦਾਰਥ ਗੁਰੂ ਨੇ ਆਖਿਆ ਸੀ ਵੀ ਨਹੀਂ ਕੁਕਰਮਾਂ ਨੂੰ ਕਰਨਾ, ਬੱਜਰ ਕੁਰੈਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹੁੱਕਾ ਹਜਾਮਤ ਹਲਾਲੋ ਹਰਾਮ, ਇਹ ਬੱਜਰ ਕੁਰੈਤਾ ਤੋਂ ਗੁਰੂ ਨੇ ਆਖਿਆ ਸਿੱਖਾ ਬਚ ਕੇ ਰਹੀ, ਨਹੀਂ ਕਮਾਉਣੀਆਂ, ਨਹੀਂ ਕਰਨੀਆਂ, ਉਹਨਾਂ ਨੂੰ ਵਾਰ-ਵਾਰ ਕਰਦਾ ਹੈ। ਐਸੀ ਇਸ ਦੀ ਹਾਲਤ ਹੈ। ਜੋ ਆ ਨਿੰਦ ਕਰ ਛੋੜਿਓ ਸੋਈ ਫਿਰ ਖਾਤ, ਉਹਨਾਂ ਵਿਕਾਰਾਂ ਨੂੰ ਵਾਰ-ਵਾਰ ਭੋਗਦਾ ਪਿਆ। ਐਸੀ ਹਾਲਤ ਹੈ। ਸਹਿਜ ਸੁਭਾਏ ਭੈ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ। ਜਿਹਦੇ ਤੇ ਪ੍ਰਮਾਤਮਾ ਸੁਤੇ ਸਿੱਧ ਕਿਰਪਾਲੂ ਹੋ ਜਾਵੇ, ਬਖਸ਼ਿਸ਼ ਕਰ ਦੇਵੇ, ਉਹਦੀ ਫਿਰ ਉਹ ਜਮਾਂ ਦੀ ਫਾਈ ਕੱਟ ਦਿੰਦਾ ਹੈ। ਕਉ ਨਾਨਕ ਗੁਰਪੂਰਾ ਭੇਟਿਆ ਪ੍ਰਵਾਨ ਗ੍ਰਸਤ ਉਦਾਸ। ਜਿਹਨੂੰ ਭਾਈ ਗੁਰੂ ਮਿਲ ਜਾਵੇ ਪੂਰਾ, ਉਹਦੇ ਤੇ ਬਖਸ਼ਿਸ਼ ਹੋ ਜਾਂਦੀ ਹੈ। ਭਾਵੇਂ ਉਹ ਗ੍ਰਸਤੀ ਹੋਵੇ, ਗ੍ਰਸਤੀ ਤੋਂ ਭਾਵ ਕਿ ਭਾਵੇਂ ਉਹ ਘਰ ਵਾਲੀ, ਬੱਚਿਆਂ ਵਾਲਾ, ਪਰਿਵਾਰ ਵਾਲਾ ਹੋਵੇ, ਤੇ ਭਾਵੇਂ ਜੰਗਲ ਵਿੱਚ ਰਹਿਣ ਵਾਲਾ ਸਾਧੂ ਹੋਵੇ, ਦੋਵਾਂ ਵਿੱਚੋਂ ਕੋਈ ਵੀ ਹੋਵੇ, ਜਿਹਦੇ ਤੇ ਗੁਰੂ ਦੀ ਮਿਹਰ ਹੋ ਗਈ ਨਾ, ਗੁਰੂ ਮਿਲ ਗਿਆ ਪੂਰਾ, ਉਹ ਗ੍ਰਸਤੀ ਵੀ ਧਨ ਹੈ ਤੇ ਉਹ ਸਾਧੂ ਵੀ ਧਨ ਹੈ। ਕਹੋ ਨਾਨਕ ਗੁਰ ਪੂਰਾ ਭੇਟਿਆ ਪ੍ਰਵਾਨ ਗ੍ਰਸਤ ਉਦਾਸ। ਫਿਰ ਉਹ ਗ੍ਰਸਤੀ ਤੇ ਉਦਾਸੀ ਪ੍ਰਵਾਨ ਹੈ ਜਿਹਨੂੰ ਪੂਰੇ ਗੁਰੂ ਦੀ ਪੂਰੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਗੋਜਰੀ ਮਹੱਲਾ ਪੰਜਵਾ। ਨਾਮ ਨਿਧਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੜਾ ਨਾਮ ਹੈ ਨਾ ਭਾਈ, ਇਹ ਸਾਰੀਆਂ ਰਿਧੀਆਂ ਸਿੱਧੀਆਂ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ। ਨਾਮ ਨੂੰ ਜਪ ਕੇ ਦੁਨੀਆ ਦੇ तमाम ਪਦਾਰਥ ਜਿਹੜੇ ਨੇ ਉਹ ਪ੍ਰਾਪਤ ਕੀਤੇ ਜਾ ਸਕਦੇ, ਪਰ ਦੁਨੀਆ ਦੇ तमाम ਪਦਾਰਥਾਂ ਦੇ ਨਾਲ ਨਾਮ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਤੇਰੇ ਕੋਲ ਦੁਨੀਆ ਦੇ ਪਦਾਰਥ ਤੇ ਹਨ, ਮਾਇਆ, ਧਨ, ਪਦਾਰਥ, ਹੀਰੇ ਮੋਤੀ ਤੇ ਹੈ, ਪਰ ਉਹ ਖਰਚ ਕੇ ਤੂੰ ਨਾਮ ਨਹੀਂ ਖਰੀਦ ਸਕਦਾ। ਜੇ ਖਰੀਦਿਆ ਜਾਂਦਾ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ RAM ਲਿਆ ਹੈ। ਫਿਰ ਕਬੀਰ ਸਾਹਿਬ ਜੀ ਇਹ ਬਚਨ ਨਾ ਲਿਖਦੇ, ਦੁਨੀਆ ਦੇ ਧਨ ਦੇ ਨਾਲ, ਮਾਇਆ ਨਾਲ, ਹੀਰੇ ਮੋਤੀਆਂ, ਸੋਨੇ ਚਾਂਦੀ ਦੇ ਨਾਲ ਨਾਮ ਨਹੀਂ ਖਰੀਦਿਆ ਜਾਂਦਾ, ਪਰ ਇੱਕ ਨਾਮ ਇਹੋ ਜਿਹੀ ਚੀਜ਼ ਹੈ ਜਿਸ ਨੂੰ ਜਪ ਕੇ ਦੁਨੀਆ ਦੇ ਪਦਾਰਥ ਜ਼ਰੂਰ ਲੈ ਜਾ ਸਕਦਾ ਹੈ। ਇਸ ਕਰਕੇ ਨਾਮ ਨੂੰ ਖਜ਼ਾਨਾ ਕਿਹਾ। ਭਾਵੇਂ ਤੂੰ ਰਿਧੀ ਲੈਣੀ ਹੈ, ਸਿੱਧੀ ਲੈਣੀ ਹੈ, ਪਦਾਰਥ ਲੈਣੇ ਨੇ, ਵਸਤੂਆਂ ਲੈਣੀਆਂ ਨੇ, ਕਹਿਣ ਲੱਗੇ ਨਾਮ ਨਿਧਾਨ ਜਿਨ ਜਨ ਜਪਿਓ, ਜਿਨ੍ਹਾਂ ਨੇ ਨਾਮ ਦੇ ਖਜ਼ਾਨੇ ਨੂੰ ਜਪਿਆ ਹੈ, ਤਿਨਕੇ ਬੰਧਨ ਕਾਟੇ, ਉਹਨਾਂ ਦੇ ਸਾਰੇ ਬੰਧਨ, ਭਾਵੇਂ ਸਰੀਰ ਨੂੰ ਪਏ ਹੋਏ ਨੇ, ਭਾਵੇਂ ਜਨਮਾਂ ਦੇ ਬੰਧਨ ਪਏ ਹੋਏ ਨੇ, ਭਾਵੇਂ ਜਮਾਂ ਦੇ ਬੰਧਨ ਪਏ ਹੋਏ ਨੇ, ਭਾਵੇਂ ਪਦਾਰਥਾਂ ਦੇ ਬੰਧਨ ਪਏ ਨੇ, ਸਾਰਿਆਂ ਨੂੰ ਗੁਰੂ ਕੱਟ ਦਿੰਦਾ ਹੈ। ਕਾਮ ਕ੍ਰੋਧ ਮਾਇਆ ਬਿਕ ਮਮਤਾ ਇਹ ਵਿਆਦ ਤੇ ਹਟੇ। ਉਹ ਜਿਹੜੇ ਗੁਰਮੁਖ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਨੇ ਵਕਾਰ, ਇਹਨਾਂ ਵੱਲੋਂ ਵੀ ਬਚ ਜਾਂਦੇ। ਅਤੇ ਮਾਇਆ ਬਿਖ, ਇਹ ਜਿਹੜੀ ਮਾਇਆ ਜ਼ਹਿਰ ਵਰਗੀ ਹੈ। ਜ਼ਹਿਰ ਵੇਖਣ ਨੂੰ ਤੇ ਭਾਵੇਂ ਚੰਗਾ ਲੱਗੇ, ਪਰ ਖਾਧਿਆਂ ਜ਼ਰੂਰ ਨੁਕਸਾਨ ਕਰੇਗਾ। ਮਾਇਆ ਵੇਖਣ ਨੂੰ ਤੇ ਚੰਗੀ ਲੱਗਦੀ ਹੈ, ਪਦਾਰਥ ਵੇਖਣ ਨੂੰ ਚੰਗੇ ਲੱਗਣਗੇ, ਪਰ ਕਹਿਣ ਲੱਗੇ ਹੈ ਬਿਖ ਦੇ ਸਮਾਨ, ਜ਼ਹਿਰ ਦੇ ਸਮਾਨ। ਮਮਤਾ, ਇਹਨਾਂ ਦੀ ਮਮਤਾ ਵਿੱਚ ਪੈ ਜਾਣਾ, ਇਹ ਵਿਆਧ ਤੇ ਹਟੇ। ਇਸ ਬਿਮਾਰੀ ਤੋਂ ਗੁਰਮੁਖ ਪਿੱਛੇ ਹਟ ਗਏ ਨੇ, ਕਿਉਂਕਿ ਉਹਨਾਂ ਨੇ ਨਾਮ ਨੂੰ ਜਪਿਆ ਹੈ। ਹਰ ਜਸ ਸਾਧ ਸੰਗ ਮਿਲ ਗਾਇਓ। ਗੁਰਮੁਖਾਂ ਨੇ ਹਰੀ ਜਸ ਨੂੰ ਸਾਧ ਸੰਗਤ ਵਿੱਚ ਬੈਠ ਕੇ ਗਾਇਆ। ਜਿਵੇਂ ਆਪ ਸੰਗਤਾਂ ਬੈਠੇ ਹੋ,
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਦੇ ਪਏ ਹੋ। ਇਹ ਗੁਰਮੁਖ ਜਨ ਇਸ ਤਰ੍ਹਾਂ ਦੇ ਇਹਨਾਂ ਦੀ ਨਿਸ਼ਾਨੀ ਹੈ ਕਿ ਗੁਰਮੁਖ ਜਨ ਸਾਧ ਸੰਗਤ ਵਿੱਚ ਮਿਲ ਕੇ ਉਸ ਦੇ ਜਸ ਨੂੰ ਗਾਉਂਦੇ ਹਨ। ਗੁਰ ਪ੍ਰਸਾਦ ਭਇਓ ਮਨ ਨਿਰਮਲ, ਸਰਬ ਸੁੱਖਾਂ ਸੁਖ ਪਾਇਓ। ਫਿਰ ਗੁਰੂ ਦੀ ਕਿਰਪਾ ਨਾਲ ਮਨ ਹੋ ਜਾਂਦਾ ਨਿਰਮਲ, ਪਵਿੱਤਰ ਹੋ ਜਾਂਦਾ, ਸਾਫ਼ ਹੋ ਜਾਂਦਾ ਤੇ ਪਾਤਸ਼ਾਹ ਕਹਿਣ ਲੱਗੇ ਫਿਰ ਸਾਰਿਆਂ ਸੁੱਖਾਂ ਦਾ ਦਾਤਾ ਪਰਮੇਸ਼ਰ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦਾ ਜਿਨ੍ਹਾਂ ਨੇ ਉਸ ਦੇ ਨਾਮ ਦੀ ਕਮਾਈ ਕੀਤੀ ਹੈ। ਰਹਾਉ ਜੋ ਕੁਛ ਕੀਓ ਸੋਈ ਭਲ ਮਾਨੈ, ਐਸੀ ਭਗਤ ਕਮਾਨੀ। ਜਿਨ੍ਹਾਂ ਨੇ ਭਗਤੀ ਕਮਾਈ ਹੈ ਨਾ ਉਹਨਾਂ ਦੀ ਨਿਸ਼ਾਨੀ ਕੀ ਹੈ? ਜੋ ਕਿਛ ਕਰੈ, ਜੋ ਪ੍ਰਮਾਤਮਾ ਕਰਦਾ ਹੈ ਤੇ ਕਹਿੰਦੇ ਸੋਈ ਭਲ ਮਾਨੈ, ਕਹਿੰਦੇ ਬੜਾ ਹੀ ਚੰਗਾ ਕੀਤਾ ਰੱਬ ਨੇ। ਅਸੀਂ ਨਹੀਂ ਕਹਿੰਦੇ, ਸਾਨੂੰ ਤੇ ਜ਼ਿਆਦਾ ਧੁੱਪ ਲੱਗੀ ਐ, ਅਸੀਂ ਆਖਣਾ ਧੁੱਪ ਕਿਉਂ ਲਾਈ ਹੈ? ਕਿਉਂਕਿ ਰੱਬ ਦਾ ਕੀਤਾ ਚੰਗਾ ਨਹੀਂ ਲੱਗਾ। ਜੇ ਕਿਤੇ ਹਨੇਰੀ ਆ ਗਈ ਅਸੀਂ ਆਖਣਾ ਵੀ ਇਹ ਕਿਉਂ ਛੱਡੀ ਹੈ, ਇਹ ਨਹੀਂ ਸੀ ਆਉਣੀ ਚਾਹੀਦੀ। ਜੇ ਮੀਂਹ ਆ ਗਿਆ ਤਾਂ ਬਿਪਤਾ, ਠੰਡ ਆ ਗਈ ਤੇ ਤਾਂ ਸਾਡੇ ਕੋਈ ਨਾ ਕੋਈ ਕਿੰਤੂ ਪਰੰਤੂ ਹੈ। ਅਸੀਂ ਰੱਬ ਦੇ ਕਿਸੇ ਵੀ ਕੰਮ ਦੇ ਉੱਪਰ ਕਦੇ ਨਹੀਂ ਕਿਹਾ ਵੀ ਇਹ ਚੰਗਾ ਕੀਤਾ। ਪਾਤਸ਼ਾਹ ਕਹਿਣ ਲੱਗੇ ਗੁਰਮੁਖਾਂ ਦੀ ਨਿਸ਼ਾਨੀ ਇਹ ਹੈ ਜੋ ਕਿਛ ਕੀਓ, ਜੋ ਕੁਛ ਰੱਬ ਨੇ ਕੀਤਾ ਹੈ ਸੋਈ ਭਲ ਮਾਨੈ, ਇਹ ਰੱਬ ਨੇ ਚੰਗਾ ਕੀਤਾ ਹੈ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਐਸੀ ਭਗਤ ਕਮਾਨੀ, ਇਸ ਤਰ੍ਹਾਂ ਦੀ ਉਹਨਾਂ ਨੇ ਭਗਤੀ ਨੂੰ ਕਮਾਇਆ ਹੈ। ਮਿੱਤਰ ਸਤਰ ਸਭ ਏਕ ਸਮਾਨੇ, ਜੋਗ ਜੁਗਤ ਨਿਸ਼ਾਨੀ। ਉਹਨਾਂ ਦੇ ਮਿੱਤਰ ਤੇ ਸ਼ਤਰ ਕਹੀਏ, ਸ਼ਤਰੂ ਦੁਸ਼ਮਣ ਬਰਾਬਰ ਹੀ ਹੋ ਜਾਂਦਾ। ਸਾਨੂੰ ਸਾਡਾ ਮਿੱਤਰ ਮਿਲੇ ਤੇ ਅਸੀਂ ਦੂਰੋਂ ਬਾਹਾਂ ਫੈਲਾ ਕੇ ਉਹਦੇ ਵੱਲ ਭੱਜੇ ਜਾਈਦਾ, ਮਿੱਤਰ ਆਇਆ ਮਿੱਤਰ ਆਇਆ। ਕਈ ਤਰ੍ਹਾਂ ਦੇ ਪਦਾਰਥ ਉਹਦੇ ਅੱਗੇ ਰੱਖੇ ਜਾਂਦੇ। ਤੇ ਜੇ ਸਾਡਾ ਦੁਸ਼ਮਣ ਕਿਤੇ ਲੰਘਦਾ ਹੋਵੇ ਗਲੀ ਮਹੱਲੇ 'ਚੋਂ, ਅਸੀਂ ਵੇਖ ਕੇ ਉਹਦੇ ਵੱਲ ਮੱਥੇ ਵੱਟ ਪਾਈ ਦੇ, ਉਹਦੇ ਨਾਲ ਲੜਨ ਦਾ ਯਤਨ ਕਰੀਦਾ। ਸਾਡੀ ਹਾਲਤ ਹੈ। ਪਰ ਗੁਰਮੁਖ ਕਿਹੋ ਜਿਹਾ ਨੇ, ਕਹਿੰਦੇ ਮਿੱਤਰ ਆ ਗਿਆ ਤੇ ਤਾਂ ਵੀ ਬਰਾਬਰ ਹੈ, ਦੁਸ਼ਮਣ ਆ ਗਿਆ ਤੇ ਤਾਂ ਵੀ ਬਰਾਬਰ ਹੈ। ਜੋਗ ਜੁਗਤ ਨਿਸ਼ਾਨੀ, ਇਹ ਭਗਤੀ ਯੋਗ ਦੇ ਵਿੱਚ ਜੁੜੇ ਹੋਏ ਲੋਕਾਂ ਦੀ ਨਿਸ਼ਾਨੀ ਹੈ ਵੀ ਉਹਨਾਂ ਨੂੰ ਸਾਰੇ ਬਰਾਬਰ ਹਨ। ਪੂਰਨ ਪੂਰ ਰਹਿਓ ਸਰਬ ਥਾਈ, ਆਣ ਨਾ ਕਤਹੂ ਜਾਤਾ। ਉਹ ਜਿਹੜਾ ਪ੍ਰਮਾਤਮਾ ਹੈ ਉਹ ਸਾਰਿਆਂ ਥਾਵਾਂ ਤੇ ਪਰਿਪੂਰਨ ਹੈ। ਇਸ ਗੱਲ ਨੂੰ ਜਾਣ ਕੇ ਗੁਰਮੁਖ ਹੋਰ ਕਿਤੇ ਜਾਂਦੇ ਨਹੀਂ ਹਨ। ਘਟ ਘਟ ਅੰਤਰ ਸਰਬ ਨਿਰੰਤਰ, ਰੰਗ ਰਵਿਓ ਰੰਗ ਰਾਤਾ। ਜਿਹੜਾ ਹਰੇਕ ਰੰਗਾਂ ਰੰਗਾਂ ਦੇ ਵਿੱਚ ਆਇਆ ਹੋਇਆ ਪ੍ਰਮਾਤਮਾ, ਹਰੇਕ ਸਰੀਰ ਵਿੱਚ ਆਇਆ ਹੋਇਆ ਪ੍ਰਮਾਤਮਾ, ਘਾਟ ਘਾਟ ਅੰਤਰ ਹਰੇਕ ਹਿਰਦੇ ਵਿੱਚ ਬੈਠਾ ਹੋਇਆ ਅਤੇ ਸਰਬ ਨਿਰੰਤਰ ਲਗਾਤਾਰ ਇੱਕ ਰਸ ਸਾਰਿਆਂ ਵਿੱਚ ਸਮਾਇਆ ਹੋਇਆ। ਉਸ ਦੇ ਰੰਗ ਪ੍ਰੇਮ ਦੇ ਵਿੱਚ ਗੁਰਮੁਖ ਜਿਹੜੇ ਨੇ ਰੰਗੇ ਹੋਏ ਹਨ। ਭੈ ਕਿਰਪਾਲ ਦਇਆਲ ਗੋਪਾਲਾ, ਤਾਂ ਨਿਰਭੈ ਕਰ ਆਇਆ। ਜਿਨ੍ਹਾਂ ਦੇ ਉੱਪਰ ਉਹ ਕਿਰਪਾਲੂ ਹੋ ਜਾਂਦਾ, ਦਿਆਲੂ ਹੋ ਜਾਂਦਾ, ਉਹ ਫਿਰ ਨਿਰਭਉ ਜਿਹੜਾ ਸਰੂਪ ਹੈ ਨਾ ਪ੍ਰਮਾਤਮਾ ਦਾ, ਆਤਮਿਕ ਸੁਖ ਉਸ ਦੀ ਪ੍ਰਾਪਤੀ ਵਾਲੇ ਬਣ ਜਾਂਦੇ ਹਨ। ਕਲ ਕਲੇਸ਼ ਮਿਟੇ ਖਿਨ ਭੀਤਰ, ਨਾਨਕ ਸਹਿਜ ਸਮਾਇਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਪੰਜਵੇਂ ਸਰੂਪ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਹਨਾਂ ਦੇ ਕਾਲ ਕਲੇਸ਼, ਕਾਲ ਕਲਪਨਾ ਤੇ ਜਿੰਨੇ ਕਲੇਸ਼ ਨੇ ਮਿਟ ਜਾਂਦੇ ਨੇ। ਜਾਂ ਆਪਾਂ ਇਹ ਕਹਿ ਸਕਦੇ ਹਾਂ ਕਲ ਨਾਮ ਕਲਯੁਗ ਦਾ, ਕਲਯੁਗ ਦੇ ਵਿੱਚ ਪੈਣ ਵਾਲੇ ਕਲੇਸ਼, ਕਲਯੁਗ ਦੀਆਂ ਕਲਪਨਾਵਾਂ